ਡੰਡੋਤ ਬੰਧਨ ਅਨਕ ਪਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ। ਸਰਣ ਪਰੇ ਪ੍ਰਭ ਅੰਤਰਜਾਮੀ, ਨਾਨਕ ਓਟ ਪਕਰੀ ਪ੍ਰਭ ਸੁਆਮੀ। ਮੈਂ ਅੰਦਲੇ ਕੀ ਟੇਕ, ਤੇਰਾ ਨਾਮ ਖੁੰਦਕਾਰ। ਮੈਂ ਗਰੀਬ ਮੈਂ ਮਸਕੀਨ, ਮੈਂ ਗਰੀਬ ਮੈਂ ਮਸਕੀਨ। ਤੇਰਾ ਨਾਮ ਹੈ ਆਧਾਰਾ, ਚਰਨ ਕਮਲ ਆਧਾਰ ਜਨ ਕਾ। ਰਾਸ ਪੂੰਜੀਏ ਤਾਣ ਮਾਣ ਦੀਵਾਨ ਸਾਚਾ, ਤਾਣ ਮਾਣ ਦੀਵਾਨ ਸਾਚਾ। ਨਾਨਕ ਕੀ ਪ੍ਰਭ ਟੇਕ, ਨਾਨਕ ਕੀ ਪ੍ਰਭ ਟੇਕ। ਹੋ ਕੁਰਬਾਨੀ ਤੇਰਿਆਂ ਸੇਵਕਾਂ, ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ। ਹੋ ਕੁਰਬਾਨੀ ਤੇਰਿਆਂ ਸੇਵਕਾਂ, ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ। ਹੋ ਕੁਰਬਾਨੀ ਤੇਰਿਆਂ ਸੇਵਕਾਂ, ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ। ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ।
कुर्बानी तेरे सेवका जिन हर नाम प्यारा जिन हर नाम प्यारा हो कुर्बानी तेरे सेवका जिन हर नाम प्यारा जिन हर नाम प्यारा। सतगुर पास बेनंतिया मिले नाम आधारा सतगुर पास बेनंतिया मिले नाम आधारा तुठा सच्चा पातशाह हो ताप गया संसारा सतगुर पास बेनंतिया मिले नाम आधारा तुठा सच्चा पातशाह हो ताप गया संसारा ताप गया संसार ताप गया संसार हो कुर्बानी तेरे सेवका जिन हर नाम प्यारा जिन हर नाम प्यारा हो कुर्बानी तेरे सेवका जिन हर नाम प्यारा 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 हो कुर्बानी तेरे सेवका जिन हर नाम प्यारा जिन हर नाम प्यारा।
संतां की ओट तू सच्चा सिरजनहारा। सच तेरी समगरी, सच तेरा दरबारा। सच तेरी समगरी, सच तेरा दरबारा, सच तेरा दरबारा, सच तेरा दरबारा। औ कुर्बानी तेरिया सेवका, जिन हर नाम प्यारा, जिन हर नाम प्यारा। औ कुर्बानी तेरिया सेवका, जिन हर नाम प्यारा, 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 जिन हर नाम प्यारा। औ कुर्बानी तेरिया सेवका, जिन हर नाम प्यारा, जिन हर नाम प्यारा। सच तेरे खजीने सच तेरा पसारा। सच तेरे खजीने सच तेरा पसारा। तेरा रूप अगम है, अनूप तेरा सारा। तेरा रूप अगम है, अनूप तेरा सारा। अनूप तेरा सारा, अनूप तेरा सारा। औ कुर्बानी तेरिया सेवका, जिन हर नाम प्यारा, जिन हर नाम प्यारा। औ कुर्बानी तेरिया सेवका,
ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ। ਹਉ ਗੁਰਬਾਣੀ ਤੇਰਿਆਂ ਸੇਵਕਾਂ, ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ। ਸਭੇ ਇੱਛਾ ਪੂਰੀਆਂ, ਜਾ ਪਾਇਆ ਅਗਮ ਅਪਾਰਾ। ਸਭੇ ਇੱਛਾ ਪੂਰੀਆਂ, ਜਾਂ ਪਾਇਆ ਅਗਮ ਅਪਾਰਾ। ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਤੇਰੇ ਚਰਨਾਂ ਕੋ ਬਲਿਹਾਰਾ। ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਤੇਰਿਆਂ ਚਰਨਾਂ ਕੋ ਬਲਿਹਾਰਾ। ਤੇਰਿਆਂ ਚਰਨਾਂ ਕੋ ਬਲਿਹਾਰਾ, ਤੇਰਿਆਂ ਚਰਨਾਂ ਕੋ ਬਲਿਹਾਰਾ। ਹਉ ਗੁਰਬਾਣੀ ਤੇਰਿਆਂ ਸੇਵਕਾਂ, ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ। ਹਉ ਗੁਰਬਾਣੀ ਤੇਰਿਆਂ ਸੇਵਕਾਂ, ਜਿਨ ਹਰ ਨਾਮ ਪਿਆਰਾ, 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 ਜਿਨ ਹਰ ਨਾਮ ਪਿਆਰਾ। ਹਉ ਗੁਰਬਾਣੀ ਤੇਰਿਆਂ ਸੇਵਕਾਂ, ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ। ਹਉ ਗੁਰਬਾਣੀ ਤੇਰਿਆਂ ਸੇਵਕਾਂ, ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ, ਹਉ ਕੁਰਬਾਨੀ ਤੇਰਿਆਂ ਸੇਵਕਾਂ, ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ। ਪਰਮ ਸਤਿਕਾਰਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਾਜ਼ਰਾ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਪਾਰ ਬਖਸ਼ਿਸ਼ ਕੀਤੀ ਹੈ। ਬਹੁਤ ਸਤਿਕਾਰਯੋਗ ਮਾਤਾ ਕੁਲਵਿੰਦਰ ਕੌਰ ਜੀ, ਤਿੰਨਾਂ ਦਾ ਸਾਰਾ ਹੀ ਪਰਿਵਾਰ, ਬੱਚੇ ਬੱਚੀਆਂ ਨੇ ਰਲ ਮਿਲ ਕੇ ਪਰਿਵਾਰ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸਤਿਗੁਰੂ ਜੀ ਦੇ ਚਰਨ ਪਰਸੇ ਆ।
सतसंग दीआं सुभागीआं घड़ियां गुरु साहब जी ने बख्शिश कीतियां। साडे तो पहलां बहुत सत्कारयोग बापू बलविंदर सिंह जी, जिन्हां ने आप जी दे नाल गुरमत विचारां दी सांझ पाई। आओ जितना समा होर सतगुरु बख्शिश करते ने। प्रभ की उस्तत करो संत मीत, सावधान एकाग्र चीत। एकाग्रता दे नाल मालक दे गुण गाइए। कोई भी रसना वांझी ना रहे, प्यार सहित बुलाओ फतेह। आखो जी वाहिगुरु जी का खालसा, वाहिगुरु जी की फतेह। फतेह। पंजवें पातशाह साहिब श्री गुरु अर्जन देव महाराज जी निमरता दे पुंज, शहीदां दे सरताज, सतगुरु जी का उचारण किया होया पावन शब्द हों कुर्बानी तेरियां सेवका, जिन हर नाम प्यारा। इस पावन शब्द नाल आपां कीर्तन की आरंभता की है। सतगुरु कहंदे महाराज मैं तेरे उन्हां सेवकां तो कुर्बान जाना, मैं तेरे उन्हां सेवकां तो बलिहार जाना जिन्हां ने सच्चे पातशाह तेरे नाम नाल प्यार पाया होया, जिन्हां ने महाराज तेरे नाम नूं आधार अपनाया होया। मेरी भी तुहाडे चरनां च बेनती है, मेरी भी तुहाडे चरनां च जोदड़ी है, अरदास है। सतगुर पास बेनती आ, मिले नाम आधारा। महाराज मैनू भी वो नाम की दात बख्श दिओ, मेरी झोली विच भी नाम की दात पै जावे, मेरे भी जीवन का आधार महाराज तुहाडा नाम बन जावे। मेरे भी जीवन का आधार महाराज तुहाडे पावन चरण बन जाण। चरण कमल आधार जन का, रास पूंजी एक, तान मान दीवान साचा नानक की प्रभ टेक। महाराज किरपा करो, मेहर करो, दया करो, मैनू अपने नाम की दात बख्श दे। जिन्हां नूं सच्चे पातशाह तो तुट के नाम की दात बख्श दिंदा है ना, जिन्हां नूं तू तुट के नाम दा खजाना बख्श दिंदा है। तुठा सच्चा बादशाहो, ताप गया संसार। जिन्हां नूं तू तुट के, जिन्हां ते खुश हो के, जिन्हां ते मेहर दी नज़र करके तू नाम दी दात, नाम दा खजाना बख्श दिंदा है, उन्हां दा ये संसार रूपी ताप है ना, जिहड़ा काम क्रोध लोभ मोह हंकार, उन्हां दा ये ताप दूर हो जाता है, उन्हां दा ये ताप नठ जाता है। ते जिन्हां दा ताप नठ गया, ताप दूर हो गया, वो तेरे भगत ने, वो तेरे संत ने। उन्हां भगतां ने फिर कीता की है, उन्हां संतां ने फिर कीता की है। कहंदे भगतां की टेक तूं, संतां की ओट तूं, सच्चा सिरजणहारा। उन्हां भगतां ने महाराज तेरी टेक लई है, तेरा आसरा लिया, तेरे नाम नूं टेक बनाया होया। उन्हां संतां ने, उन्हां महापुरखां ने महाराज तेरी ओट लई है,
तेरे नाम ਨੂੰ आसरा बनाया होया, तेरे नाम ਨੂੰ आधार बनाया होया। क्यों? तू महाराज सच्चा सिरजनहारा है, सच्चा सिरजनहारा। अज दा जिहड़ा दिहाड़ा है ना, बड़ा पवित्र दिहाड़ा है भाई। अज दा अज दे दिन तीसरे पातशाह धन धन साहिब श्री गुरु अमरदास महाराज जियां नूं गुरता गद्दी बख्शिश हुई सी। अज दे दिन खडूर साहब की धरती ते धन गुरु अंगद दे महाराज जियां ने गुरु अमरदास महाराज जियां नूं गुरता गद्दी ते बिठाया, गुरियाई दा तिलक लाया। क्यों गुरता गद्दी ते विराजमान हो गए? क्यों बाबे अमरदास तो गुरु अमरदास महाराज बन गए? उन्होंने सतगुरु जी के नाम नूं आधार बनाया होया सी। उन्होंने सतगुरु जी के नाम की ओट लई हुई सी। उन्होंने सतगुरु जी के नाम की टेक रखी हुई सी। टेक बाबा अमरदास जी महाराज हर साल तीर्थां दी यात्रा करते हैं, गंगा ते इशनान करन वास्ते जाते जाते हर साल ने। तीर्थां दी यात्रा हर साल करते ने, पर आनंद की प्राप्ति नहीं हो रही, मन नूं शांति नहीं मिल रही, मन नूं टका नहीं मिल रहा। क्यों शांति नहीं मिलती? क्यों टका नहीं मिलता? कहंदे एक वेरा तीर्थां दी यात्रा ते गए, गंगा ते इशनान करन वास्ते गए ते रस्ते विच एक ब्रह्मचारी साधु का मिलाप हो गया। ब्रह्मचारी साधु का संग हो गया। जदों वो साधु का मिलाप होया, साधु का संग होया ते आपस विच विचारां होणियां शुरू हो गईयां। कहंदे ज्ञानी को ज्ञानी मिले, करे ज्ञान की बात। जदों ज्ञानी नूं ज्ञानी मिलदा, फिर ज्ञान दीयां गल्लां करदे। सतसंगी नूं सतसंगी मिलदा है ते सतसंग दीयां गल्लां करदे आ। कोई कीर्तनीए नूं कीर्तनीया मिल जावे, वो फिर कीर्तन दीयां गल्लां करदे आ। जुआरी नूं जुआरी मिल जांदा, फिर जुए दीयां गल्लां करदे आ। शराबी नूं शराबी मिल जाए, वो शराब दीयां गल्लां करदे, किहड़ी चंगी है। इसे तरह जदों ज्ञानी नूं ज्ञानी मिलदा ना भाई, वो फिर ज्ञान दीयां गल्लां करदे आ कि तेरा नेम किन्ना, तू किन्ने बजे उठदा, किन्ने बजे उठ के इशनान करदा, किन्ना समा चौंकड़ा मार के बहिना, किहड़े शब्द की कमाई करदा, किवें अभ्यास करदा, किवें सिमरन करदा। हुण जदों बाबे अमरदास जीआं दा वो साधु दे नाल मिलाप होया ना, संग होया, आपस विच विचार चर्चा होनी शुरू हो गई। नाले यात्रा करी जांदे, नाले गल्लां बातां करी जांदे। गल्लां करदियां करदियां वो ब्रह्मचारी साधु कहन लगा, बाबा तू बड़ियां डूंघियां गल्लां करदा, तू बड़े ज्ञान दीयां गल्लां करदा। क्योंकि बाबा अमरदास जी महाराज भावें तीर्थां की यात्रा करते सी, भावें गंगा ते इशनान करते सी, पर जिहड़ी अंदर चेटक सी ना, अंदर लगन सी, अंदर भावना सी, अंदर सरधा सी, वो सच्ची सी। जे आपां तीर्थां की यात्रा भी करते, अंदर भावना होनी चाहिए है।
ਲਗਨ ਸੱਚੀ ਹੋਣੀ ਚਾਹੀਦੀ ਹੈ। ਤੀਰਥ ਤੇ ਜਾਣਾ ਵੀ ਤਾਂ ਹੀ ਲਾਹੇ ਚਾ ਭਾਈ ਜੇ ਉੱਥੇ ਜਾ ਕੇ ਆਪਾਂ ਕੋਈ ਨਾ ਕੋਈ ਗੁਣ ਸਿੱਖ ਕੇ ਆਵਾਂਗੇ, ਜੇ ਉੱਥੇ ਜਾ ਕੇ ਆਪਣੀ ਬਿਰਤੀ ਸੁਰਤੀ ਸੁੱਧ ਹੋਏਗੀ। ਜੇ ਸਾਡੀ ਬਿਰਤੀ ਗਲਤ ਹੈ, ਸਾਡੀ ਸੁਰਤੀ ਗਲਤ ਹੈ, ਕੋਈ ਉੱਥੋਂ ਗਿਆਨ ਦੀ ਗੱਲ ਨਹੀਂ ਸਿੱਖ ਕੇ ਆਏ, ਬਸ ਫਾਰਮੈਲਿਟੀ ਦੇਖਾ ਦੇਖੀ ਚਲੇ ਗਏ, ਮੇਲਾ ਬਣਾ ਲਿਆ ਤੀਰਥ ਨੂੰ ਵੀ। ਫਿਰ ਬਾਣੀ ਕਹਿੰਦੀ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜੇ ਉੱਥੋਂ ਗਿਆਨ ਸਿੱਖੀਏ, ਕੋਈ ਗੁਣ ਪੱਲੇ ਨਾਲ ਬੰਨੀਏ, ਜੇ ਗੁਣ ਪੱਲੇ ਨਾਲ ਨਹੀਂ ਬੰਨਦੇ, ਕੋਈ ਗਿਆਨ ਦੀ ਗੱਲ ਨਹੀਂ ਸਿੱਖਦੇ, ਫਿਰ ਨਹਾਵਣ ਚੱਲੇ ਤੀਰਥੀ ਮਨ ਖੁੱਟੈ ਤਨ ਚੋਰ। ਇੱਕ ਭਉ ਲੱਥੀ ਨਹਾਤਿਆਂ ਦੋਏ ਭਾ ਚੜੀਐਸ ਹੋਰ। ਕਹਿੰਦੇ ਤੀਰਥ ਤੇ ਗਏ ਸੀ ਮਨ ਦੀ ਮੈਲ ਲਾਉਣ ਵਾਸਤੇ, ਪਰ ਜੇ ਬਿਰਤੀ ਸੁੱਧ ਨਹੀਂ, ਸੁਰਤੀ ਸੁੱਧ ਨਹੀਂ, ਵਿਚਾਰ ਚੰਗੇ ਨਹੀਂ, ਖਿਆਲ ਚੰਗੇ ਨਹੀਂ, ਫਿਰ ਕਹਿੰਦੇ ਭਾਈ 2 ਗੁਣਾ ਹੋਰ ਚੜਾ ਕੇ ਵਾਪਸ ਆ ਗਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗਏ ਤੇ ਮਨ ਦੀ ਮੈਲ ਲਾਉਣ ਵਾਸਤੇ ਸੀ, ਗਏ ਤੇ ਪਵਿੱਤਰ ਹੋਣ ਵਾਸਤੇ ਸੀ, ਗਏ ਤੇ ਸੁੱਧ ਹੋਣ ਵਾਸਤੇ ਸੀ, ਪਰ ਉਲਟਾ 2 ਗੁਣਾ ਹੋਰ ਚੜਾ ਕੇ ਆ ਗਏ ਭਾਈ। ਬਾਬਾ ਅਮਰਦਾਸ ਜੀ ਮਹਾਰਾਜ ਭਾਵੇਂ ਤੀਰਥਾਂ ਦੀ ਯਾਤਰਾ ਕਰਦੇ ਸੀ, ਪਰ ਬਿਰਤੀ ਸੁਰਤੀ ਸੁੱਧ ਸੀ ਉਹਨਾਂ ਦੀ, ਲਗਨ ਸੱਚੀ ਸੀ, ਸ਼ਰਧਾ ਸੱਚੀ ਸੀ। ਜਦੋਂ ਕਹਿੰਦੇ ਉਹ ਬ੍ਰਹਮਚਾਰੀ ਸਾਧੂ ਦੇ ਨਾਲ ਮੇਲ ਹੋਇਆ, ਮਿਲਾਪ ਹੋਇਆ, ਆਪਸ ਵਿੱਚ ਗੱਲਾਂ ਬਾਤਾਂ ਹੋਣੀਆਂ ਸ਼ੁਰੂ ਹੋ ਗਈਆਂ, ਵਿਚਾਰ ਚਰਚਾ ਹੋਣੀ ਸ਼ੁਰੂ ਹੋ ਗਈ। ਤੇ ਬ੍ਰਹਮਚਾਰੀ ਸਾਧੂ ਪੁੱਛਦੇ ਨੇ, ਬਾਬਾ ਤੂੰ ਬੜੀਆਂ ਡੂੰਘੀਆਂ ਗੱਲਾਂ ਕਰਦਾ, ਬੜੀਆਂ ਗਿਆਨ ਦੀਆਂ ਗੱਲਾਂ ਕਰਦਾ, ਤੇਰਾ ਗੁਰੂ ਕੌਣ ਹੈ? ਤੂੰ ਕਿਹਦੀ ਸੰਗਤ ਕਰਦਾ? ਤੇ ਬਾਬਾ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ ਸੱਚ ਤੇ ਇਹ ਹੈ ਵੀ ਮੈਂ ਅਜੇ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ। ਜਦੋਂ ਬਾਬਾ ਅਮਰਦਾਸ ਜੀ ਮਹਾਰਾਜ ਨੇ ਇਹ ਗੱਲ ਆਖੀ, ਇਹ ਬਚਨ ਆਖਿਆ ਵੀ ਮੈਂ ਅਜੇ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ, ਤੇ ਜਿਹੜਾ ਬ੍ਰਹਮਚਾਰੀ ਸਾਧੂ ਸੀ ਨਾ, ਉਹ ਬਾਬਾ ਅਮਰਦਾਸ ਜੀ ਮਹਾਰਾਜ ਤੋਂ 10 ਕਦਮ ਪਿਛਾਂਹ ਹੋ ਕੇ ਖੜ ਗਿਆ ਭਾਈ। ਬੜਾ ਗੁੱਸੇ ਵਿੱਚ ਆ ਕੇ ਬੋਲਣਾ ਸ਼ੁਰੂ ਕਰ ਦਿੱਤਾ। ਕਹਿੰਦੇ ਮੈਂ ਤੇਰੇ ਨਾਲ ਥਾਂ ਥਾਂ ਤੇ ਬੈਠ ਕੇ ਪ੍ਰਸ਼ਾਦਾ ਛਕਿਆ, ਮੈਂ ਤੇਰੇ ਨਾਲ ਕਿੰਨੇ ਸਮੇਂ ਤੋਂ ਗੱਲਾਂ ਕਰਦਾ ਆ ਰਿਹਾ, ਕਿੰਨੇ ਸਮੇਂ ਤੋਂ ਤੇਰਾ ਸੰਗ ਕਰਦਾ ਆ ਰਿਹਾ, ਮੇਰੀ ਤੇ ਕੀਤੀ ਕਮਾਈ ਖੂਹ ਦੇ ਵਿੱਚ ਪੈ ਗਈ। ਬਾਬਾ ਅਮਰਦਾਸ ਜੀ ਮਹਾਰਾਜ ਕਹਿੰਦੇ ਗੱਲ ਕੀ ਹੋਈ? ਕਹਿੰਦਾ ਮੈਨੂੰ ਨਗੁਰੇ ਦੀ ਸੰਗਤ ਹੋ ਗਈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੂੰ ਗੁਰੂ ਵਾਲਾ ਹੀ ਨਹੀਂ ਅਜੇ ਤੱਕ ਬਣਿਆ, ਨਗੁਰਾ ਤੁਰਿਆ ਫਿਰਦਾ। ਮੈਨੂੰ ਨਗੁਰੇ ਦੀ ਸੰਗਤ ਹੋ ਗਈ। ਇਸੇ ਕਰਕੇ ਬਾਣੀ ਕਹਿੰਦੀ ਹੈ ਨਾ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬੁਰਾ। ਕਹਿੰਦੇ ਨਗੁਰੇ ਬੰਦੇ ਦਾ ਨਾਂ ਲੈਣਾ ਵੀ ਮਾੜਾ। ਜੇ ਨਗੁਰੇ ਬੰਦੇ ਦਾ ਨਾਂ ਲੈਣਾ ਮਾੜਾ ਭਾਈ, ਤੇ ਨਗੁਰੇ ਬੰਦੇ ਦੀ ਸੰਗਤ ਕਿੰਨੀ ਮਾੜੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਬਿਨਾਂ ਗਤ ਨਹੀਂ ਹੁੰਦੀ। ਭਗਤ ਤਰਲੋਚਨ ਜੀ ਬੜੀ ਕਮਾਈ ਕਰਦੇ ਸੀ, ਬੜੀ ਬੰਦਗੀ ਕਰਦੇ ਸੀ, ਪੂਜਾ ਅਰਚਨਾ ਵੀ ਕਰਨੀ, ਤੇ ਭਗਤ ਨਾਮਦੇਵ ਜੀ ਦੇ ਨਾਲ ਉਹਨਾਂ ਦਾ ਬੜਾ ਪਿਆਰ ਸੀ, ਆਪਸ ਵਿੱਚ ਮਿੱਤਰਤਾ ਸੀ। ਤਰਲੋਚਨ ਜੀ ਨੇ ਅੰਮ੍ਰਿਤ ਵੇਲੇ ਉੱਠਣਾ, ਉੱਠ ਕੇ ਇਸ਼ਨਾਨ ਕਰਨਾ, ਭਜਨ ਸਿਮਰਨ ਕਰਨਾ, ਪੂਜਾ ਅਰਚਨਾ ਕਰਨੀ, ਫਿਰ ਸਮਾਂ ਮਿਲਣਾ ਤੇ
ਭਗਤ ਨਾਮਦੇਵ ਜੀਆਂ ਦੇ ਘਰ ਚਲੇ ਜਾਣ ਤੇ ਜਾ ਕੇ ਆਪਸ ਵਿੱਚ ਜਿੱਦਾਂ ਬਾਬਾ ਅਮਰਦਾਸ ਜੀ ਤੇ ਬ੍ਰਹਮਚਾਰੀ ਗੱਲਾਂ ਕਰਦੇ ਨੇ, ਐਵੇਂ ਦੋਵੇਂ ਮਿੱਤਰਾਂ ਨੇ ਗੱਲਾਂ ਕਰਨੀਆਂ, ਵਿਚਾਰ ਕਰਨੀ। ਤੇ ਗੱਲਾਂ ਕਰਦਿਆਂ ਕਰਦਿਆਂ ਕੀ ਗੱਲ ਹੋਣੀ, ਬਾਬਾ ਨਾਮਦੇਵ ਜੀਆਂ ਨੇ ਕਹਿਣਾ ਅੱਜ ਮੈਨੂੰ ਭਗਵਾਨ ਦੇ ਦਰਸ਼ਨ ਹੋਏ, ਕਿਤੇ ਕਹਿਣਾ ਅੱਜ 2 ਵਾਰੀ ਦਰਸ਼ਨ ਹੋਏ, ਕਿਤੇ ਕਹਿਣਾ ਅੱਜ ਮੈਨੂੰ 3 ਵਾਰੀ ਦਰਸ਼ਨ ਹੋਏ। ਤੇ ਤਰਲੋਚਨ ਜੀ ਨੇ ਭਗਤ ਨਾਮਦੇਵ ਜੀ ਦੀਆਂ ਗੱਲਾਂ ਸੁਣ ਕੇ ਬੜਾ ਹੈਰਾਨ ਹੋਣਾ। ਹੈਰਾਨ ਕਿਸ ਗੱਲੋਂ? ਕਹਿਣਾ ਵੀ ਮੈਂ ਜਾਤ ਦਾ ਵੀ ਉੱਚਾ ਹਾਂ, ਮੈਂ ਇਹਦੇ ਨਾਲੋਂ ਸਮਾਂ ਭਗਤੀ ਵਿੱਚ ਵੀ ਜ਼ਿਆਦਾ ਕੱਢਦਾ, ਇਹ ਆਪਣਾ ਕੰਮ ਵੀ ਕਰੀ ਜਾਂਦਾ, ਧੰਦਾ ਵੀ ਕਰੀ ਜਾਂਦਾ। ਭਗਤ ਨਾਮਦੇਵ ਜੀ ਕੱਪੜੇ ਸਿਉਣ ਦਾ ਕੰਮ ਕਰਦੇ ਸੀ ਤੇ ਮੇਰੇ ਨਾਲੋਂ ਹੈ ਵੀ ਗਰੀਬ। ਫਿਰ ਇਹੋ ਜਿਹਾ ਇਹਦੇ ਵਿੱਚ ਗੁਣ ਕਿਹੜਾ ਵੀ ਮੈਨੂੰ ਭਗਵਾਨ ਦੇ ਹਜੇ ਤੱਕ ਦਰਸ਼ਨ ਨਹੀਂ ਹੋਏ। ਇਹ ਕਹਿੰਦਾ ਕਿਤੇ ਮੈਨੂੰ 2 ਵਾਰੀ ਦਰਸ਼ਨ ਹੋ ਗਏ, ਕਿਤੇ ਮੈਨੂੰ 3 ਵਾਰੀ ਦਰਸ਼ਨ ਹੋ ਗਏ। ਕਾਰਨ ਕੀ ਹੈ? ਭਗਤ ਨਾਮਦੇਵ ਮੈਨੂੰ ਅਜੇ ਤੱਕ ਦਰਸ਼ਨ ਹੋਏ ਨਹੀਂ, ਤੂੰ ਕਹਿੰਦਾ ਮੈਨੂੰ ਕਿਤੇ 1 ਵਾਰੀ ਦਰਸ਼ਨ ਹੋ ਗਏ, ਕਿਤੇ 2 ਵਾਰੀ ਦਰਸ਼ਨ ਹੋ ਗਏ, ਕਿਤੇ ਮੈਂ ਰੱਬ ਨਾਲ ਆਹ ਗੱਲਾਂ ਕੀਤੀਆਂ, ਕਿਤੇ ਰੱਬ ਨਾਲ ਆਹ ਗੱਲਾਂ ਕੀਤੀਆਂ। ਤੈਨੂੰ ਦਰਸ਼ਨ ਕਿਉਂ ਹੁੰਦੇ ਆ ਤੇ ਮੈਨੂੰ ਦਰਸ਼ਨ ਕਿਉਂ ਨਹੀਂ ਹੁੰਦੇ? ਭਗਤ ਨਾਮਦੇਵ ਜੀ ਕਹਿਣ ਲੱਗੇ ਤੇ ਵੀ ਦਰਸ਼ਨ ਦੇਣ ਵਾਲਾ ਹੀ ਦੱਸ ਸਕਦਾ ਤੈਨੂੰ ਕਿਉਂ ਨਹੀਂ ਦਰਸ਼ਨ ਹੁੰਦੇ। ਤੇ ਤਰਲੋਚਨ ਜੀ ਕਹਿਣ ਲੱਗੇ ਵੀ ਤੇਰੀ ਗੱਲ ਮੈਂ ਤਾਂ ਮੰਨੂ ਜੇ ਮੈਨੂੰ ਵੀ ਰੱਬ ਦੇ ਦਰਸ਼ਨ ਕਰਵਾ ਦੇਵੇਂ। ਜੇ ਮੈਨੂੰ ਤੂੰ ਰੱਬ ਦੇ ਦਰਸ਼ਨ ਨਹੀਂ ਕਰਵਾ ਸਕਦਾ ਤੇ ਮੈਂ ਸਮਝਾਂਗਾ ਵੀ ਹੁਣ ਤੱਕ ਐਵੇਂ ਮੇਰੇ ਨਾਲ ਝੂਠ ਹੀ ਬੋਲੀ ਗਿਆ, ਤੂੰ ਮੈਨੂੰ ਐਵੇਂ ਗੁੰਮਰਾਹੀ ਕਰੀ ਗਿਆ, ਮੇਰੇ ਨਾਲ ਐਵੇਂ ਕੁਫਰ ਹੀ ਤੋਲੀ ਗਿਆ ਵੀ ਮੈਨੂੰ ਅੱਜ ਰੱਬ ਮਿਲਿਆ, 1 ਵਾਰੀ ਦਰਸ਼ਨ ਹੋਏ, 2 ਵਾਰੀ ਦਰਸ਼ਨ ਹੋਏ। ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਸਾਨੂੰ ਸਮਝਾਉਂਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਦਰਸ਼ਨ ਵੇਖਣ ਨਾਮਦੇਵ ਭਲਕੇ ਉੱਠ ਤਰਲੋਚਨ ਆਵੇ, ਭਗਤ ਕਰਨ ਮਿਲ ਦੋਏ ਜਣੇ ਨਾਮ ਦਿਓ ਹਰ ਚਲਤ ਸੁਣਾਵੇ, ਮੇਰੀ ਵੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੇ। ਕਹਿੰਦੇ ਤਰਲੋਚਨ ਜੀ ਆਪਣੀ ਪੂਜਾ ਅਰਚਨਾ ਕਰਨ ਤੋਂ ਬਾਅਦ ਜਦੋਂ ਫਰੀ ਹੁੰਦੇ ਆ ਨਾਮਦੇਵ ਜੀਆਂ ਨੂੰ ਮਿਲਣ ਵਾਸਤੇ ਜਾਂਦੇ ਆ। ਦੋਨਾਂ ਦੀ ਆਪਸ ਵਿੱਚ ਵਿਚਾਰ ਹੁੰਦੀ ਹੈ, ਗੱਲਾਂ ਬਾਤਾਂ ਹੁੰਦੀਆਂ। ਭਗਤ ਨਾਮਦੇਵ ਜੀ ਕਹਿੰਦੇ ਮੈਨੂੰ ਅੱਜ ਰੱਬ ਜੀ ਮਿਲੇ ਆ ਕੇ, ਕਿਤੇ ਕਹਿਣਾ 1 ਵਾਰੀ ਮਿਲੇ, ਕਿਤੇ ਕਹਿਣਾ 2 ਵਾਰੀ ਮਿਲੇ। ਤਰਲੋਚਨ ਜੀ ਕਹਿੰਦੇ ਮੈਂ ਤਾਂ ਮੰਨੂਗਾ ਜੇ ਮੈਨੂੰ ਵੀ ਦਰਸ਼ਨ ਕਰਵਾਵੇਂਗਾ, ਤੇ ਜੇ ਤੈਨੂੰ ਰੱਬ ਮਿਲਣ ਵਾਸਤੇ ਆਉਂਦਾ ਮੇਰੀ ਅਰਜ਼ ਲਾ ਉਹਦੇ ਕੋਲੇ, ਮੇਰੀ ਬੇਨਤੀ ਕਰ ਉਹਦੇ ਕੋਲੇ, ਪੁੱਛ ਉਹਨੂੰ ਵੀ ਮੈਨੂੰ ਦਰਸ਼ਨ ਕਿਉਂ ਨਹੀਂ ਹੁੰਦੇ। ਮੇਰੀ ਭੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੈ, ਠਾਕਰ ਜੀ ਨੂੰ ਪੁੱਛਿਓ ਉਸ ਦਰਸ਼ਨ ਕਿਵੇਂ ਤਰਲੋਚਨ ਪਾਵੈ। ਤਰਲੋਚਨ ਭਗਤ ਕਹਿੰਦੇ ਰੱਬ ਨੂੰ ਪੁੱਛਿਓ, ਠਾਕਰ ਜੀ ਨੂੰ ਪੁੱਛਿਓ ਵੀ ਕਿਹੜੇ ਤਰੀਕੇ ਨਾਲ ਤਰਲੋਚਨ ਨੂੰ ਮਿਲ ਸਕਦਾ, ਕਿਹੜੇ ਤਰੀਕੇ ਨਾਲ ਤਰਲੋਚਨ ਨੂੰ ਦਰਸ਼ਨ ਹੋ ਸਕਦੇ ਆ। ਕਹਿੰਦੇ ਹੱਸ ਕੇ ਠਾਕੁਰ ਬੋਲਿਆ, ਨਾਮਦੇਵ ਨੂੰ ਕਹਿ ਸਮਝਾਵੇ, ਹੱਥ ਨਾ ਆਵੇ ਭੇਟ ਸੋ ਤੁਸ ਤਰਲੋਚਨ ਮੈਂ ਮੋਹਿ ਲਾਵੇ, ਹੋਂ ਅਧੀਨ ਹਾਂ ਭਗਤ ਦੇ ਪਹੁੰਚ ਨਾ ਹੰਗਾ ਭਗਤੀ ਦਾਵੇ, ਹੋਏ ਵਿਚੋਲਾ ਆਣ ਮਿਲਾਵੇ। ਕਹਿੰਦੇ ਜਦੋਂ ਭਗਤ ਨਾਮਦੇਵ ਜੀ ਨੇ ਭਗਵਾਨ ਨੂੰ ਯਾਦ ਕੀਤਾ, ਭਗਵਾਨ ਜੀ ਹਾਜ਼ਰ ਹੋ ਗਏ। ਜਦੋਂ ਹਾਜ਼ਰ ਹੋਏ ਤੇ ਨਾਮਦੇਵ ਜੀਆਂ ਨੇ ਬੇਨਤੀ ਕੀਤੀ, ਮਹਾਰਾਜ ਮੇਰਾ ਮਿੱਤਰ ਲੈ ਤਰਲੋਚਨ, ਉਹ ਵੀ ਤੁਹਾਡੀ ਕੀਰਤੀ ਕਰਦਾ, ਉਹ ਵੀ ਮਹਾਰਾਜ ਤੁਹਾਡੀ ਬੰਦਗੀ ਕਰਦਾ ਹੈ। ਜਦੋਂ ਸਾਡੀ ਆਪਸ ਵਿੱਚ ਗੱਲਾਂ ਵਿਚਾਰ ਹੁੰਦੀਆਂ, ਗੱਲਾਂ ਹੁੰਦੀਆਂ, ਤੇ ਮਹਾਰਾਜ ਮੈਂ ਉਹਨੂੰ ਦੱਸ ਬੈਨਾ ਵੀ ਮੈਨੂੰ ਅੱਜ ਇੰਨੇ ਵਾਰੀ ਦਰਸ਼ਨ ਹੋ ਗਏ, ਇੰਨੇ ਵਾਰੀ ਦਰਸ਼ਨ ਹੋ ਗਏ। ਉਹ ਕਹਿੰਦਾ ਮੈਂ ਨਹੀਂ ਮੰਨਦਾ, ਮੈਂ ਤਾਂ ਮੰਨੂ ਜੇ ਮੈਨੂੰ ਵੀ ਦਰਸ਼ਨ ਹੋਣਗੇ। ਤੇ ਉਹਨੇ ਮੈਨੂੰ ਇਹ ਅਰਜ਼ ਲਾਈ ਹੈ ਤੁਹਾਡੇ ਚਰਨਾਂ 'ਚ ਵੀ ਰੱਬ ਜੀ ਨੂੰ ਪੁੱਛਿਓ ਵੀ ਤਰਲੋਚਨ ਨੂੰ ਦਰਸ਼ਨ ਕਿਉਂ ਨਹੀਂ ਹੁੰਦੇ, ਕੀ ਕਾਰਨ ਹੈ।
ਕਾਰਨ ਕੀ ਹੈ? ਮਹਾਰਾਜ ਮੈਨੂੰ ਰੋਜ਼ ਦਰਸ਼ਨ ਦਿੰਦੇ ਹੋ ਤੇ ਤਰਲੋਚਨ ਨੂੰ ਕਿਉਂ ਨਹੀਂ ਹੁੰਦੇ? ਕਹਿੰਦੇ ਹੱਸ ਕੇ ਠਾਕੁਰ ਬੋਲਿਓ। ਜਦੋਂ ਨਾਮਦੇਵ ਜੀ ਨੇ ਬੇਨਤੀ ਕੀਤੀ, ਭਗਵਾਨ ਜੀ ਹੱਸ ਪਏ ਤੇ ਹੱਸ ਕੇ ਜਵਾਬ ਦਿੰਦੇ ਆ, ਕਹਿੰਦੇ ਨਾਮਦੇਵ ਤਰਲੋਚਨ ਨੂੰ ਕਹਿ ਦੀ ਦਰਸ਼ਨ ਤੇ ਤੈਨੂੰ ਹੋ ਜਾਣ, ਪਰ ਤੇਰੇ ਵਿੱਚ ਨਾ ਕੁਝ ਦੋਸ਼ ਨੇ, ਤੇਰੇ ਵਿੱਚ ਕੁਝ ਔਗਣ ਨੇ, ਇਸ ਕਰਕੇ ਤੈਨੂੰ ਦਰਸ਼ਨ ਨਹੀਂ ਹੁੰਦੇ। ਉਹ ਔਗਣ ਕਿਹੜੇ? ਪਹਿਲੀ ਗੱਲ ਕਹਿੰਦੇ ਉਹ ਭਗਤੀ ਦਾ ਦਾਅਵਾ ਕਰਦਾ ਵੀ ਮੈਂ ਇੰਨੀ ਭਗਤੀ ਕਰਦਾ, ਉਹ ਭਗਤੀ ਦਾ ਦਾਅਵਾ ਕਰਦਾ। ਹੁਣ ਕਈ ਮੇਰੇ ਵਰਗੇ ਮਾਣ ਕਰ ਬੈਂਦੇ ਆ ਵੀ ਮੈਂ ਪੰਜਾਂ ਬਾਣੀਆਂ ਦਾ ਨਿਤਨੇਮ ਕਰਦਾ, ਮੈਂ ਤੇ ਜੀ ਕਦੇ ਅੰਮ੍ਰਿਤ ਵੇਲਾ ਨਹੀਂ ਖੁੰਝਣ ਦਿੱਤਾ, ਮੈਂ ਸੁਖਮਨੀ ਸਾਹਿਬ ਦਾ ਜਾਪ ਵੀ ਕਰਦਾ, ਮੈਂ ਇੰਨਾ ਸਮਾਂ ਬਹਿਨਾ, ਇੰਨਾ ਸਮਾਂ ਬਹਿਨਾ। ਭਾਈ ਇੱਥੇ ਕਿਸੇ ਗੱਲ ਦਾ ਮਾਣ ਨਹੀਂ, ਇਹ ਗੁਰੂ ਨਾਨਕ ਦਾ ਘਰ, ਇੱਥੇ ਇੱਕ ਤੋਂ ਇੱਕ ਚੜ੍ਹੰਦੀਆਂ, ਪਰੇ ਤੋਂ ਪਰੇ ਪਏ ਆ ਪਿਆਰ ਕਰਨ ਵਾਲੇ, ਪਰੇ ਤੋਂ ਪਰੇ ਪਏ ਆ ਮਾਲਕ ਦੇ ਨਾਲ ਪ੍ਰੀਤ ਕਰਨ ਵਾਲੇ। ਤੂੰ ਕਿਹਦਾ ਵਿਚਾਰਾ ਹੈ? ਕਦੇ ਇਸ ਗੱਲ ਦਾ ਮਾਣ ਨਾ ਕਰ। ਭਗਵਾਨ ਜੀ ਕਹਿੰਦੇ ਪਹਿਲਾ ਕਾਰਨ ਉਹ ਭਗਤੀ ਦਾ ਦਾਅਵਾ ਕਰਦਾ ਵੀ ਮੈਂ ਇੰਨੇ ਵਜੇ ਉੱਠਦਾ, ਮੈਂ ਆਹ ਪੂਜਾ ਕਰਦਾ, ਮੈਂ ਆਹ ਪੂਜਾ ਕਰਦਾ। ਦੂਸਰਾ ਕਹਿੰਦੇ ਉਹ ਆਪਣੀ ਉੱਚੀ ਜਾਤ ਦਾ ਮਾਣ ਕਰਦਾ। ਤੀਸਰਾ ਕਹਿੰਦੇ ਉਹ ਅਜੇ ਤੱਕ ਗੁਰੂ ਵਾਲਾ ਨਹੀਂ ਹੋਇਆ, ਨਗੁਰਾ ਤੁਰਿਆ ਫਿਰਦਾ। ਆਖੋ ਸਤਿਨਾਮ। ਉਹ ਅਜੇ ਤੱਕ ਗੁਰੂ ਵਾਲਾ ਨਹੀਂ ਹੋਇਆ, ਨਗੁਰਾ ਤੁਰਿਆ ਫਿਰਦਾ, ਇਸ ਕਰਕੇ ਉਹਨੂੰ ਦਰਸ਼ਨ ਨਹੀਂ ਹੋ ਰਹੇ। ਆਹ ਤਿੰਨ ਜਿਹੜੇ ਦੋਸ਼ ਨੇ ਦੂਰ ਕਰ ਲਵੇ ਤੇ ਉਹਨੂੰ ਵੀ ਦਰਸ਼ਨ ਹੋ ਜਾਣਗੇ, ਉਹਨੂੰ ਵੀ ਦਰਸ਼ਨ ਹੋ ਜਾਣਗੇ। ਜਦੋਂ ਫਿਰ ਦੂਸਰੇ ਦਿਨ ਮਿਲੇ ਦੋਵੇਂ ਮਿੱਤਰ, ਤਰਲੋਚਨ ਜੀ ਆ ਕੇ ਕਹਿੰਦੇ ਨਾਮਦੇਵ ਮੇਰੀ ਅਰਜੀ ਲਾਈ, ਮੇਰੀ ਬੇਨਤੀ ਕੀਤੀ ਭਗਵਾਨ ਕੋਲ। ਨਾਮਦੇਵ ਜੀ ਕਹਿੰਦੇ ਹਾਂ ਲਾਈ ਸੀ, ਤੁਹਾਡੀ ਅਰਜੀ ਕੀਤੀ ਸੀ, ਬੇਨਤੀ ਤੁਹਾਡੀ। ਕਹਿੰਦੇ ਕੀ ਜਵਾਬ ਮਿਲਿਆ? ਕਹਿੰਦੇ ਜੀ ਜਵਾਬ ਇਹ ਦਿੱਤਾ, ਰੱਬ ਜੀ ਕਹਿੰਦੇ ਉਹਦੇ ਵਿੱਚ ਤਿੰਨ ਦੋਸ਼ ਹੈ। ਪਹਿਲਾ ਉਹ ਭਗਤੀ ਦਾ ਦਾਅਵਾ ਕਰਦਾ, ਦੂਸਰਾ ਉੱਚੀ ਜਾਤ ਦਾ ਮਾਣ ਕਰਦਾ, ਤੀਸਰਾ ਅਜੇ ਤੱਕ ਉਹ ਨਗੁਰਾ ਤੁਰਿਆ ਫਿਰਦਾ, ਗੁਰੂ ਵਾਲਾ ਨਹੀਂ ਹੋਇਆ, ਇਸ ਕਰਕੇ ਉਹਨੂੰ ਦਰਸ਼ਨ ਨਹੀਂ ਹੁੰਦੇ। ਕਹਿੰਦੇ ਉਸੇ ਵੇਲੇ ਤਰਲੋਚਨ ਜੀ ਨੇ ਹੱਥ ਖੜੇ ਕਰ ਦਿੱਤੇ। ਕਹਿੰਦੇ ਨਾਮਦੇਵ ਜੀ ਅੱਜ ਤੋਂ ਮੈਂ ਭਗਤੀ ਦਾ ਦਾਅਵਾ ਵੀ ਛੱਡਿਆ, ਅੱਜ ਤੋਂ ਮੈਂ ਉੱਚੀ ਜਾਤ ਦਾ ਮਾਣ ਵੀ ਛੱਡਿਆ। ਰਹੀ ਗੁਰੂ ਧਾਰਨ ਦੀ ਗੱਲ, ਮੈਨੂੰ ਤੇਰੇ ਤੋਂ ਵਧੀਆ ਹੋਰ ਕੋਈ ਗੁਰੂ ਨਹੀਂ ਮਿਲ ਸਕਦਾ, ਜਿਹਨੂੰ 72 ਵਾਰੀ ਭਗਵਾਨ ਦੇ ਦਰਸ਼ਨ ਹੋ ਗਏ, ਜਿਹਨੂੰ ਰੋਜ਼ ਰੱਬ ਆ ਕੇ ਮਿਲਦਾ, ਉਹਦੇ ਤੋਂ ਚੰਗਾ ਮੈਨੂੰ ਗੁਰੂ ਹੋਰ ਕੌਣ ਮਿਲੂਗਾ। ਕਹਿੰਦੇ ਸਾਰਾ ਕੁਝ ਛੱਡ ਕੇ ਨਾ ਬਾਬੇ ਨਾਮਦੇਵ ਦੇ ਚਰਨਾਂ ਤੇ ਢਹਿ ਪਿਆ। ਕਹਿੰਦਾ ਮੈਂ ਅੱਜ ਤੋਂ ਤੁਹਾਨੂੰ ਹੀ ਗੁਰੂ ਧਾਰਨ ਕੀਤਾ। ਆਖੋ ਸਤਿਨਾਮ। ਤੁਹਾਨੂੰ ਹੀ ਗੁਰੂ ਧਾਰਨ ਕੀਤਾ। ਤੇ ਬਾਣੀ ਵੀ ਕਹਿੰਦੀ ਹੈ ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਮਹਾਂਪੁਰਖ ਪੜਿਆ ਕਰਦੇ ਆ ਨਾ ਧਾਰਨਾ, ਉਹ ਗਿਆਨ ਗੁਰਾਂ ਤੋਂ ਬਿਨਾ ਨਹੀਂ ਹੋਣਾ, ਲੱਖਾਂ ਭਾਵੇਂ ਯਤਨ ਕਰੇ, ਗਿਆਨ ਗੁਰਾਂ ਤੋਂ ਬਿਨਾ ਨਹੀਂ ਹੋਣਾ, ਲੱਖਾਂ ਭਾਵੇਂ ਯਤਨ ਕਰੇ। ਨਹੀਂ
ਭਾਵੇਂ ਸੂਰਜ ਚੜ੍ਹਨ ਹਜ਼ਾਰਾਂ, ਲੱਖ ਚੜ੍ਹਨ ਚੰਦਰਮਾ ਜੀ, ਭਾਵੇਂ ਸੂਰਜ ਚੜ੍ਹਨ ਹਜ਼ਾਰਾਂ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ। ਜੇ 100 ਚੰਦਾ ਉਗਵੇ ਸੂਰਜ ਚੜੇ ਹਜ਼ਾਰ। ਕਹਿੰਦੇ ਜੇ ਤੈਨੂੰ ਇੰਨਾ ਗਿਆਨ ਹੋ ਜੇ, ਪ੍ਰਕਾਸ਼ ਤੋਂ ਭਾਵ ਜੇ ਤੈਨੂੰ ਇੰਨਾ ਗਿਆਨ ਹੋ ਜੇ, ਕਿੰਨਾ ਗਿਆਨ, ਜਿਵੇਂ ਕਹਿੰਦੇ ਵੀ ਲੱਖਾਂ ਹੀ ਚੰਦ ਇਕੱਠੇ ਚੜ ਜਾਣ, ਇੰਨਾ ਪ੍ਰਕਾਸ਼ ਹੋ ਜੇ ਤੇਰੇ ਅੰਦਰ। ਹਜ਼ਾਰਾਂ ਸੂਰਜ ਇਕੱਠੇ ਚੜ ਜਾਣ, ਇੰਨਾ ਪ੍ਰਕਾਸ਼ ਹੋ ਜੇ ਤੇਰੇ ਅੰਦਰ ਗਿਆਨ ਦਾ। ਪਰ ਜੇ ਤੂੰ ਗੁਰੂ ਵਾਲਾ ਨਹੀਂ ਨਾ ਬਣਿਆ, ਸਮਝ ਲਾ ਅਜੇ ਅੰਧੇਰੇ 'ਚ ਹੀ ਤੁਰਿਆ ਫਿਰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਮਝ ਲਾ ਤੂੰ ਅਜੇ ਅੰਧੇਰੇ ਵਿੱਚ ਹੀ ਤੁਰਿਆ ਫਿਰਦਾ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜੇ 100 ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇੱਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ, ਘੋਰ ਅੰਧਾਰ। ਬਾਬਾ ਅਮਰਦਾਸ ਜੀ ਮਹਾਰਾਜ ਜਦੋਂ ਬ੍ਰਹਮਚਾਰੀ ਸਾਧੂ ਦੇ ਨਾਲ ਮੇਲ ਹੋਇਆ, ਗੱਲਾਂ ਬਾਤਾਂ ਹੋਈਆਂ, ਪੁੱਛਦੇ ਨੇ ਵੀ ਤੇਰਾ ਗੁਰੂ ਕੌਣ ਹੈ, ਤੂੰ ਕਿੰਨਾਂ ਦੀ ਸੰਗਤ ਕਰਦਾ? ਕਹਿੰਦੇ ਮੈਂ ਤੇ ਜੀ ਅਜੇ ਤੱਕ ਕੋਈ ਗੁਰੂ ਨਹੀਂ ਧਾਰਨ ਕੀਤਾ। ਬ੍ਰਹਮਚਾਰੀ 10 ਕਦਮ ਪਿਛਾਂ ਹੋ ਗਿਆ, ਕਹਿੰਦਾ ਮੈਨੂੰ ਨਗੁਰੇ ਦੀ ਸੰਗਤ ਹੋ ਗਈ, ਮੇਰੀ ਕੀਤੀ ਕਮਾਈ ਸਾਰੀ ਖੂਹ 'ਚ ਪੈ ਗਈ, ਮੇਰੀ ਤੀਰਥਾਂ ਦੀ ਕੀਤੀ ਹੋਈ ਯਾਤਰਾ ਨਿਵਫਲ ਚਲੀ ਗਈ, ਮੈਨੂੰ ਨਗੁਰੇ ਦਾ ਸੰਗ ਹੋ ਗਿਆ, ਪਿਛਾਂ ਹੋ ਕੇ ਖੜ। ਹੁਣ ਏਦਾਂ ਜਦੋਂ ਬਚਨ ਕੀਤੇ ਬ੍ਰਹਮਚਾਰੀ ਸਾਧੂ ਨੇ, ਤੇ ਬੜੀ ਡੂੰਘੀ ਸੱਟ ਵੱਜੀ ਪਾਈ ਹਿਰਦੇ ਤੇ। ਤੀਰਥਾਂ ਦੀ ਯਾਤਰਾ ਭੁੱਲ ਗਈ, ਵਾਪਸ ਆ ਗਏ। ਘਰ ਵਾਪਸ ਆਏ ਤੇ ਕੰਨਾਂ ਵਿੱਚ ਨਾ ਉਹ ਸਾਧੂ ਦੇ ਬੋਲ ਗੂੰਜੀ ਜਾਂਦੇ ਆ, ਰਾਤ ਨੂੰ ਨੀਂਦ ਨਹੀਂ ਪੈ ਰਹੀ, ਤੂੰ ਨਗੁਰਾ ਤੁਰਿਆ ਫਿਰਦਾ, ਮੈਨੂੰ ਨਗੁਰੇ ਦੀ ਸੰਗਤ ਹੋ ਗਈ। ਕਿਤੇ ਲੰਮੇ ਪੈ ਜਾਂਦੇ ਆ, ਕਿਤੇ ਉੱਠ ਖਲੋਂਦੇ ਆ। ਏਦਾਂ ਕਰਦਿਆਂ 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 ਇਸੇ ਸੋਚ ਵਿੱਚ ਰਾਤ ਬੀਤ ਚੱਲੀ। ਜਦੋਂ ਸਵੇਰ ਹੋਈ ਅੰਮ੍ਰਿਤ ਵੇਲਾ, ਗੁਰੂ ਅੰਗਦ ਦੇ ਮਹਾਰਾਜੀਆਂ ਦੀ ਧੀ ਬੀਬੀ ਅਮਰੋ ਬਾਬਾ ਅਮਰਦਾਸ ਮਹਾਰਾਜੀਆਂ ਦੇ ਭਤੀਜੇ ਨਾਲ ਵਿਆਹੀ ਹੋਈ ਸੀ। ਬਾਬਾ ਅਮਰਦਾਸ ਮਹਾਰਾਜੀਆਂ ਦੇ ਭਰਾ ਦੀ ਨੂੰਹ ਸੀ ਬੀਬੀ ਅਮਰੋ। ਜਦੋਂ ਕਹਿੰਦੇ ਅੰਮ੍ਰਿਤ ਵੇਲਾ ਹੋਇਆ, ਬੀਬੀ ਅਮਰੋ ਇਸ਼ਨਾਨ ਪਾਨ ਕੀਤਾ ਤੇ ਦਹੀਂ ਰਿੜਕਣ ਲੱਗੀ, ਭਾਵ ਲੱਸੀ ਰਿੜਕਣ ਲੱਗੀ। ਬੀਬੀ ਅਮਰੋ ਨੇ ਨਾਲੇ ਲੱਸੀ ਰਿੜਕਣੀ ਸ਼ੁਰੂ ਕਰ ਦਿੱਤੀ ਤੇ ਨਾਲ ਭਾਈ ਲੱਸੀ ਰਿੜਕਦਿਆਂ ਰਿੜਕਦਿਆਂ ਆਸਾ ਜੀ ਦੀ ਵਾਰ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਜਦੋਂ ਬਾਣੀ ਦੇ ਬੋਲ ਬਾਬਾ ਅਮਰਦਾਸ ਮਹਾਰਾਜੀਆਂ ਦੇ ਕੰਨਾਂ ਵਿੱਚ ਪਏ
ਸੁਣਦੇ ਨੇ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ। ਜਿਨ ਮਾਨਸ ਕੇ ਦੇਵਤੇ ਕੀਏ ਕਰਤ ਨ ਲਾਗੀ ਬਾਰ। ਜਿਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ। ਇੱਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਕਹਿੰਦੇ ਇਹੀ ਬਚਨ ਤੇ ਮੈਨੂੰ ਬ੍ਰਹਮਚਾਰੀ ਸਾਧੂ ਕਰਦਾ ਸੀ ਵੀ ਗੁਰੂ ਤੋਂ ਬਿਨਾ ਹਨੇਰਾ, ਗੁਰੂ ਤੋਂ ਬਿਨਾ ਅੰਧੇਰਾ ਹੈ। ਰਿਹਾ ਨਾ ਗਿਆ ਭਾਈ, ਖਿੱਚ ਪੈ ਗਈ ਬੋਲਾਂ ਦੀ। ਆਪਣੇ ਘਰੋਂ ਉੱਠ ਕੇ ਆਪਣੇ ਭਰਾ ਦੇ ਘਰ ਨੂੰ ਤੁਰ ਪਏ। ਬੀਬੀ ਅਮਰੋ ਲੱਸੀ ਰੜਕੀ ਜਾਂਦੀ ਹੈ, ਨਾਲੇ ਬਾਣੀ ਪੜ੍ਹੀ ਜਾਂਦੀ ਹੈ, ਤੇ ਬਾਬਾ ਅਮਰਦਾਸ ਜੀ ਹੌਲੀ ਹੌਲੀ ਆ ਕੇ ਮਗਰ ਖਲੋ ਗਏ। ਥਮਲੇ ਦੇ ਓਲੇ ਖਲੋ ਗਏ ਨੇ ਤੇ ਬੀਬੀ ਅਮਰੋ ਕੋਲੋਂ ਬਾਣੀ ਸੁਣ ਰਹੇ ਨੇ। ਬਾਣੀ ਉਹ ਬੜੇ ਆਨੰਦ ਵਿੱਚ ਬਾਣੀ ਪੜ੍ਹਦੇ ਆ, ਬੜੇ ਪ੍ਰੇਮ ਵਿੱਚ ਬਾਣੀ ਪੜ੍ਹਦੇ ਆ। ਭਾਵਨਾ ਵਾਲਾ, ਸ਼ਰਧਾ ਵਾਲਾ ਜਦੋਂ ਬਾਣੀ ਪੜ੍ਹਦਾ ਨਾ ਭਾਈ, ਉਹਦੀ ਰਸਨਾ ਤੋਂ ਨਿਕਲੀ ਹੋਈ ਬਾਣੀ, ਉਹਦੀ ਰਸਨਾ ਤੋਂ ਨਿਕਲੇ ਹੋਏ ਬੋਲ ਅਣਿਆਲੇ ਤੀਰ ਬਣ ਜਾਂਦੇ ਆ ਫਿਰ, ਜਿਹੜੇ ਹਿਰਦੇ ਤੇ ਸੱਟ ਮਾਰਦੇ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਹੁਤ ਇਤਿਹਾਸ ਐਸਾ, ਬਹੁਤ ਗੁਰਸਿੱਖ ਇਹੋ ਜਿਹੇ ਆ ਜਿਨ੍ਹਾਂ ਦਾ ਜੀਵਨ ਬਦਲਿਆ ਕਿਸੇ ਨਾ ਕਿਸੇ ਗੁਰਸਿੱਖ ਦੇ ਕੋਲੋਂ ਬਾਣੀ ਸੁਣ ਕੇ ਬਦਲਿਆ। ਚਾਹੇ ਬਾਬਾ ਲਹਿਣਾ ਸੀ, ਉਹਨਾਂ ਨੇ ਭਾਈ ਜੋਧ ਕੋਲੋਂ ਬਾਣੀ ਸੁਣ ਲਈ। ਭਾਈ ਸੇਵਾਦਾਸ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਮਾਤਾ ਭਾਗਪਰੀ ਦਾ ਪੁੱਤਰ, ਉਹਨੇ ਇੱਕ ਗੁਰਸਿੱਖ ਦੇ ਕੋਲੋਂ ਬਾਣੀ ਸੁਣੀ ਤੇ ਜੀਵਨ ਬਦਲ ਗਿਆ। ਛੇਵੇਂ ਪਾਤਸ਼ਾਹ ਜੀ ਦਾ ਮਰੀਦ ਬਣ ਗਿਆ ਭਾਈ, ਐਸੀ ਬਾਣੀ ਸੁਣੀ। ਗੋਲੀ ਤੇ ਉਹੀ ਹੁੰਦੀ ਹੈ ਨਾ, ਜਦੋਂ ਆਪਾਂ ਕਿਸੇ ਦੇ ਗੋਲੀ ਇੱਦਾਂ ਹੱਥ ਨਾ ਮਾਰ ਦੋ, ਉਹਦਾ ਅਸਰ ਥੋੜਾ ਹੋਣਾ। ਜਦੋਂ ਉਹੀ ਗੋਲੀ ਫਿਰ ਪਿਸਤੌਲ ਵਿੱਚ ਪਾ ਕੇ ਚੱਲਦੀ ਹੈ ਤੇ ਉਹਦਾ ਅਸਰ ਦੇਖ ਲਓ ਫਿਰ ਕਿੰਨਾ ਹੁੰਦਾ ਹੈ। ਹੱਥ ਨਾਲ ਮਾਰੋ ਤੇ ਅਸਰ ਨਹੀਂ ਹੁੰਦਾ, ਪਿਸਤੌਲ ਵਿੱਚ ਪਾ ਕੇ ਚਲਾਓ ਤੇ ਅਸਰ ਹੁੰਦਾ ਹੈ। ਇਸੇ ਤਰ੍ਹਾਂ ਬਾਣੀ ਹੈ, ਕੋਈ ਐਵੇਂ ਪੜ੍ਹਦਾ ਹੈ ਉਹਦਾ ਓਨਾ ਅਸਰ ਨਹੀਂ। ਜਦੋਂ ਕੋਈ ਸਾਧਨਾ ਵਾਲਾ ਪੜ੍ਹਦਾ ਨਾ, ਕਮਾਈ ਵਾਲਾ, ਬੰਦਗੀ ਵਾਲਾ, ਉਹਦੇ ਬੋਲ ਫਿਰ ਅਣਿਆਲੇ ਤੀਰ ਬਣ ਜਾਂਦੇ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਲੇਜੇ ਛੇਕ। ਬੀਬੀ ਅਮਰੋ ਜੀ ਬਾਣੀ ਪੜ੍ਹ ਰਿਹਾ ਆਨੰਦ ਦੇ ਵਿੱਚ, ਰਸ ਦੇ ਵਿੱਚ, ਤੇ ਬਾਬਾ ਅਮਰਦਾਸ ਜੀ ਥਮਲੇ ਦੇ ਓਲੇ ਖਲੋ ਕੇ ਪਿਆਰ ਵਿੱਚ ਬਾਣੀ ਸੁਣ ਰਹੇ ਨੇ। ਜਿਵੇਂ ਜਿਵੇਂ ਸੁਣਦੇ ਆ ਬੜਾ ਰਸ ਆ ਰਿਹਾ, ਬੜਾ ਆਨੰਦ ਆ ਰਿਹਾ। ਕਿਧਰੇ ਬਾਣੀ ਪੜ੍ਹਦੇ ਨੇ, ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਾਗਾਏ ਰਾਮ ਰਾਜੇ। ਇਹੋ ਮਾਨਸ ਜਨਮ ਦਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਬੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਕਿਧਰੇ ਬਾਣੀ ਪੜ੍ਹਦੇ ਨੇ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਕਮ ਕੀ ਮਨ ਭਾਵਦੇ ਰਾ ਭੀੜੇ ਅੱਗੇ ਜਾਵਣਾ। ਨੰਗਾ ਦੋਜਕ ਚੱਲਿਆ ਤਾਂ ਦਿਸੈ ਖਰਾ ਡਰਾਵਣਾ। ਕਰ ਔਗਣ ਪਛਤਾਵਣਾ। ਇਹੋ ਜੇ ਬੋਲ ਅਣਿਆਲੇ ਤੀਰ, ਇਹੋ ਜੇ ਬੋਲ ਅਣਿਆਲੇ ਬਾਣ। ਜੀ ਸਭ ਇੱਥੇ ਹੀ ਰਹਿ ਜਾਣਾ, ਜੀ ਸਭ ਇੱਥੇ ਹੀ ਰਹਿ ਜਾਣਾ। ਇੱਥੇ ਹੀ ਰਹਿ ਜਾਣਾ, ਜੀ ਸਭ ਇੱਥੇ ਹੀ ਰਹਿ ਜਾਣਾ। ਸਭ ਇੱਥੇ ਹੀ ਰਹਿ ਜਾਣਾ, ਜੀ ਸਭ ਇੱਥੇ ਹੀ ਰਹਿ ਜਾਣਾ। ਜੀ ਸਭ ਇੱਥੇ ਹੀ ਰਹਿ ਜਾਣਾ, ਜੀ ਸਭ ਇੱਥੇ ਹੀ ਰਹਿ ਜਾਣਾ। ਸਭ ਇੱਥੇ ਹੀ ਰਹਿ ਜਾਣਾ, ਸਭ ਇੱਥੇ ਹੀ ਰਹਿ ਜਾਣਾ। ਸਭ ਇੱਥੇ ਹੀ ਰਹਿ ਜਾਣਾ, ਸਭ ਇੱਥੇ ਹੀ ਰਹਿ ਜਾਣਾ। ਸੋਹਣਾ ਕੱਪੜਾ ਰੂਪ ਧਨ ਤੇਰਾ, ਜੀ ਸਭ ਇੱਥੇ ਹੀ ਰਹਿ ਜਾਣਾ। ਸੋਹਣਾ ਕੱਪੜਾ ਰੂਪ ਧਨ ਤੇਰਾ, ਜੀ ਸਭ ਇੱਥੇ ਹੀ ਰਹਿ ਜਾਣਾ। ਸੋਹਣਾ ਕੱਪੜਾ ਰੂਪ ਧਨ ਤੇਰਾ, ਸਭ ਇੱਥੇ ਹੀ ਰਹਿ ਜਾਣਾ। ਸੋਹਣਾ ਕੱਪੜਾ ਰੂਪ ਧਨ ਤੇਰਾ, ਸਭ ਇੱਥੇ ਹੀ ਰਹਿ ਜਾਣਾ। ਸੋਹਣਾ ਕੱਪੜਾ ਰੂਪ ਧਨ ਤੇਰਾ, ਜੀ ਸਭ ਇੱਥੇ ਹੀ ਰਹਿ
ਜਾਣਾ। ਸੋਹਣਾ ਕੱਪੜਾ ਰੂਪ ਧਨ ਤੇਰਾ ਜੀ ਸਭ ਇੱਥੇ ਹੀ ਰਹਿ ਜਾਣਾ। ਸੋਹਣਾ ਕੱਪੜਾ ਰੂਪ ਧਨ ਤੇਰਾ ਜੀ ਸਭ ਇੱਥੇ ਹੀ ਰਹਿ ਜਾਣਾ। ਸੋਹਣਾ ਕੱਪੜਾ ਰੂਪ ਧਨ ਤੇਰਾ ਜੀ ਸਭ ਇੱਥੇ ਹੀ ਰਹਿ ਜਾਣਾ। ਸੋਹਣਾ ਕੱਪੜਾ ਰੂਪ ਧਨ ਤੇਰਾ ਜੀ ਸਭ ਇੱਥੇ ਹੀ ਰਹਿ ਜਾਣਾ। ਸੋਹਣਾ ਕੱਪੜਾ ਰੂਪ ਧਨ ਤੇਰਾ ਜੀ ਸਭ ਇੱਥੇ ਹੀ ਰਹਿ ਜਾਣਾ। ਸੋਹਣਾ ਕੱਪੜਾ ਰੂਪ ਧਨ ਤੇਰਾ ਜੀ ਸਭ ਇੱਥੇ ਹੀ ਰਹਿ ਜਾਣਾ। ਸੋਹਣਾ ਕੱਪੜਾ ਰੂਪ ਧਨ ਤੇਰਾ ਜੀ ਸਭ ਇੱਥੇ ਹੀ ਰਹਿ ਜਾਣਾ। 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 ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਹੋ ਜੇ ਬੋਲ ਇਹੋ ਜੇ ਬਾਣ ਬਾਣੀ ਦੇ ਬਾਣ ਵਿਰਲਿਆਂ ਦੇ ਹਿਰਦੇ ਤੇ ਲੱਗਦੇ ਆ ਭਾਈ। ਜਿਨ੍ਹਾਂ ਦੇ ਹਿਰਦੇ ਪੱਥਰ ਨੇ ਕਠੋਰ ਨੇ ਉਹਨਾਂ ਤੇ ਨਹੀਂ ਲੱਗਦੇ। ਜਿਨ੍ਹਾਂ ਦੇ ਹਿਰਦੇ ਕੋਮਲ ਨੇ ਉਹਨਾਂ ਦੇ ਬਾਣੀ ਦੇ ਬਾਣ ਲੱਗਦੇ ਆ। ਬਾਬਾ ਅਮਰਦਾਸ ਜੀ ਮਹਾਰਾਜ ਬਾਣੀ ਸੁਣਦੇ ਨੇ। ਸੁਣ ਸੁਣ ਕੇ ਬੜਾ ਰਸ ਆ ਰਿਹਾ, ਬੜਾ ਆਨੰਦ ਆ ਰਿਹਾ। ਜਦੋਂ ਬੀਬੀ ਅਮਰੋ ਜੀ ਨੇ ਸਮਾਪਤੀ ਕੀਤੀ ਵੇਖਿਆ ਮਗਰ ਤਾਇਆ ਸਹੁਰਾ ਜੀ ਖਲੋਤੇ ਨੇ। ਭੱਜ ਕੇ ਆਏ, ਆ ਕੇ ਮੱਥਾ ਟੇਕਣ ਲੱਗੇ। ਬੀਬੀ ਅਮਰੋ ਨੂੰ ਕਹਿਣ ਲੱਗੇ, ਧੀਏ ਤੂੰ ਮੇਰੇ ਪੈਰੀਂ ਹੱਥ ਨਾ ਲਾ। ਪਹਿਲਾਂ ਮੈਨੂੰ ਇਹ ਦੱਸ ਵੀ ਆ ਜਿਹੜੀ ਤੂੰ ਬਾਣੀ ਪੜ੍ਹਦੀ ਸੀ ਇਹ ਬਾਣੀ ਕਿਹਦੀ ਹੈ? ਕਹਿੰਦੀ ਜੀ ਇਹ ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਹੈ। ਇਹ ਬਾਣੀ ਨੂੰ ਧੁਰ ਦਰਗਾਹ ਤੋਂ ਸੰਸਾਰ ਦੇ ਭਲੇ ਵਾਸਤੇ ਲੈ ਕੇ ਆਏ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ। ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ। ਬਾਣੀ ਨੂੰ ਧੁਰ ਦਰਗਾਹ ਤੋਂ ਲੈ ਕੇ ਆਏ ਸੰਸਾਰ ਦੇ ਭਲੇ ਵਾਸਤੇ। ਕਹਿੰਦੇ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਕਿੱਥੇ ਨੇ? ਕਹਿੰਦੀ ਜੀ ਉਹ ਤੇ ਸੱਚਖੰਡ ਚਲੇ ਗਏ ਸਰੀਰ ਕਰਕੇ, ਪਰ ਉਹਨਾਂ ਦੀ ਜੋਤ ਇਸ ਵੇਲੇ ਮੇਰੇ ਪਿਤਾ ਗੁਰੂ ਅੰਗਦ ਦੇ ਮਹਾਰਾਜੀਆਂ ਵਿੱਚ ਵਰਤ ਰਹੀ ਹੈ। ਤੁਹਾਡੇ ਕੁੜਮ ਮੇਰੇ ਪਿਤਾ ਗੁਰੂ ਅੰਗਦ ਦੇ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਤੇ ਗੁਰਤਾ ਗੱਦੀ ਤੇ ਬਿਰਾਜਮਾਨ ਨੇ। ਗੁਰੂ ਨਾਨਕ ਸਰੂਪ ਨੇ, ਸੰਸਾਰ ਨੂੰ ਤਾਰ ਰਹੇ ਨੇ। ਬਾਬਾ ਅਮਰਦਾਸ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਬੋਲ ਇੰਨੇ ਪਿਆਰੇ ਉਹ ਸਤਿਗੁਰੂ ਆਪ ਕਿੰਨੇ ਪਿਆਰੇ ਹੋਣਗੇ। ਜਿਨ੍ਹਾਂ ਦੀ ਬਾਣੀ ਇੰਨੀ ਮਹਾਨ ਹੈ ਸਤਿਗੁਰੂ ਜੀ ਆਪ ਕਿੰਨੇ ਮਹਾਨ ਹੋਣਗੇ। ਜਿਨ੍ਹਾਂ ਦੀ ਬਾਣੀ ਸੁਣ ਕੇ ਇੰਨੀ ਸ਼ਾਂਤੀ ਆ ਰਹੀ ਹੈ, ਆਨੰਦ ਆ ਰਿਹਾ, ਰਸ ਆ ਰਿਹਾ, ਉਹਨਾਂ ਦੇ ਦਰਸ਼ਨ ਕਰਕੇ ਕਿੰਨੀ ਸ਼ਾਂਤੀ ਆਏਗੀ। ਧੀਏ ਮੈਨੂੰ ਲੈ ਚੱਲ ਉਹਨਾਂ ਦੇ ਕੋਲ। ਕਹਿਣ ਲੱਗੀ ਜੀ ਮੈਂ ਤੇ ਥੋੜੇ ਦਿਨ ਪਹਿਲਾਂ ਹੀ ਜਾ ਕੇ ਆਈ ਹਾਂ, ਹੁਣ ਫਿਰ ਜਾਵਾਂਗੀ ਤੇ ਮੇਰੇ ਪਿਤਾ ਜੀ ਮੇਰੇ ਨਾਲ ਨਾਰਾਜ਼ ਹੋਣਗੇ। ਧੀਏ ਮੈਂ ਤੇਰੇ ਨਾਲ ਹਾਂ, ਮੈਂ ਸਾਰੀ ਕਹਾਣੀ ਦੱਸਾਂਗਾ, ਤੂੰ ਮੈਨੂੰ ਨਾਲ ਲੈ ਕੇ ਚੱਲ। ਕਹਿੰਦੇ ਬੀਬੀ ਅਮਰੋ ਜੀ ਨੂੰ ਪਾਲਕੀ ਵਿੱਚ ਬਿਠਾਇਆ। ਬਾਬਾ ਅਮਰਦਾਸ ਜੀ ਮਹਾਰਾਜ ਆਪ ਸਾਧ ਸੰਗਤ ਨੰਗੇ ਪੈਰੀ ਤੁਰ ਪਏ ਖਡੂਰ ਸਾਹਿਬ ਨੂੰ, ਨੰਗੇ ਪੈਰੀ। ਬੀਬੀ ਅਮਰੋ ਜੀ ਕਹਿਣ ਲੱਗੇ ਤਾਇਆ ਜੀ ਤੁਸੀਂ ਪੈਰਾਂ ਵਿੱਚ ਕੁਝ ਪਾ ਲਓ, ਨਾਲੇ ਪੈਦਲ ਕਿਉਂ ਤੁਰਦੇ ਹੋ? ਤੁਸੀਂ ਘੋੜੇ ਤੇ ਸਵਾਰ ਹੋਵੋ। ਨਹੀਂ ਧੀਏ ਮੈਂ ਅੱਜ ਸਤਿਗੁਰੂ ਜੀ ਤੋਂ ਕੁਝ ਬਖਸ਼ਿਸ਼ ਲੈਣ ਵਾਸਤੇ ਜਾ ਰਿਹਾ। ਤੇ ਜਦੋਂ ਕੋਈ ਬਖਸ਼ਿਸ਼ ਲੈਣ ਜਾਣਾ ਹੋਵੇ ਫਿਰ ਉੱਚੇ ਹੋ ਕੇ ਨਹੀਂ ਜਾਈਦਾ। ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੈ ਕੋਈ। ਜਿੰਨਾ ਕੋਈ ਇਸ ਘਰ ਵੱਲੀ ਨੂੰ ਨੀਵਾਂ ਹੋ ਕੇ ਤੁਰ ਪਏਗਾ ਨਾ ਭਾਈ, ਨੀਵਾਂ ਹੋ ਕੇ ਤੁਰ ਪਏਗਾ, ਉਨੀਆਂ ਹੀ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ, ਉਨੀਆਂ ਹੀ ਗੁਰੂ ਨਾਨਕ ਸਾਹਿਬ ਦੀਆਂ ਦਾਤਾਂ ਉਹਦੇ ਵੱਲੀ ਨੂੰ ਤੁਰ ਪੈਂਦੀਆਂ। ਪਾਣੀ ਉੱਚੇ ਥਾਂ ਨੂੰ ਥੋੜਾ ਜਾਂਦਾ।
ਬਾਣੀ ਹਮੇਸ਼ਾ ਨੀਵੇਂ ਥਾਂ ਨੂੰ ਚੱਲਦਾ ਭਾਈ। ਇਵੇਂ ਜਿਹੜਾ ਭਾਈ ਨੀਵਾਂ ਹੋ ਕੇ ਤੁਰਦਾ ਨਾ ਇਸ ਦਰ ਬੱਲੀ ਨੂੰ, ਤੇ ਗੁਰੂ ਨਾਨਕ ਸਾਹਿਬ ਜੀ ਦੀਆਂ ਦਾਤਾਂ ਰਹਿਮਤਾਂ ਉਹਦੇ ਬੱਲੀ ਨੂੰ ਤੁਰ ਪੈਂਦੀਆਂ। ਫਿਰ ਜਿੰਨਾ ਕੋਈ ਨੀਵਾਂ ਹੋ ਜੇ ਉਨਾ ਹੀ ਮਹਾਰਾਜ ਉਹਨੂੰ ਉੱਚਾ ਕਰ ਦਿੰਦੇ ਆ। ਪੈਦਲ ਤੁਰ ਕੇ ਗਏ, ਧੰਨ ਗੁਰੂ ਅੰਗਦ ਦੇ ਮਹਾਰਾਜ ਜੀਆਂ ਦੇ ਚਰਨਾਂ 'ਚ ਜਾ ਕੇ ਬੀਬੀ ਅਮਰੋ ਜੀ ਮਿਲੇ, ਜਾ ਕੇ ਮੱਥਾ ਟੇਕਿਆ ਤੇ ਸਾਧ ਸੰਗਤ ਗੁਰੂ ਅੰਗਦ ਦੇ ਮਹਾਰਾਜ ਕਹਿਣ ਲੱਗੇ, ਧੀਏ ਜਿਨ੍ਹਾਂ ਨੂੰ ਨਾਲ ਲੈ ਕੇ ਆਈਆਂ ਉਹਨਾਂ ਨੂੰ ਵੀ ਤੇ ਲੈ ਕੇ ਆ, ਉਹਨਾਂ ਨੂੰ ਬਾਹਰ ਹੀ ਖੜਾ ਕਰ ਆਈਆਂ। ਗਏ ਬੀਬੀ ਅਮਰੋ ਜੀ, ਆਓ ਤਾਇਆ ਜੀ ਤੁਹਾਨੂੰ ਪਿਤਾ ਜੀ ਬੁਲਾਉਂਦੇ ਆ। ਜਦੋਂ ਬਾਬਾ ਅਮਰਦਾਸ ਜੀ ਮਹਾਰਾਜ ਅੰਦਰ ਗਏ, ਕਹਿੰਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਆਸਣਾ ਤੋਂ ਉੱਠ ਕੇ ਖੜੇ ਹੋ ਗਏ। ਆਸਣਾ ਤੋਂ ਉੱਠ ਕੇ ਖੜੇ ਹੋ ਗਏ। ਜਿਵੇਂ ਇੱਕ ਕੁੜਮ ਆਪਣੇ ਕੁੜਮ ਨੂੰ ਮਿਲਦਾ ਹੈ ਨਾ, ਐਵੇਂ ਗੁਰੂ ਅੰਗਦ ਦੇਵ ਜੀ ਮਹਾਰਾਜ ਬਾਬਾ ਅਮਰਦਾਸ ਜੀਆਂ ਨੂੰ ਮਿਲਦੇ ਆ। ਜਿਵੇਂ ਇੱਕ ਕੁੜਮ ਆਪਣੇ ਕੁੜਮ ਦਾ ਸਤਿਕਾਰ ਕਰਦਾ, ਐਵੇਂ ਬਾਬਾ ਅਮਰਦਾਸ ਜੀ ਮਹਾਰਾਜ ਦਾ ਸਤਿਕਾਰ ਗੁਰੂ ਅੰਗਦ ਦੇਵ ਜੀ ਮਹਾਰਾਜ ਕਰ ਰਹੇ ਆ। ਕਹਿੰਦੇ ਇੱਕ ਖੇਸ ਲਿਆ, ਕੰਬਲ ਲਿਆ, ਉਹਦੇ ਉੱਪਰ ਸਾਧ ਸੰਗਤ 1.25 ਰੁਪਈਆ ਰੱਖ ਦਿੱਤਾ ਤੇ ਐਂ ਮਾਣ ਦੇਣ ਲੱਗੇ, ਸਤਿਕਾਰ ਦੇਣ ਲੱਗੇ। ਤੇ ਬਾਬਾ ਅਮਰਦਾਸ ਜੀ ਮਹਾਰਾਜ ਹੱਥ ਜੋੜ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਮੈਨੂੰ ਆਹ ਮਾਇਆ ਨਹੀਂ ਚਾਹੀਦੀ, ਮੈਨੂੰ ਆਹ ਧਨ ਨਹੀਂ ਚਾਹੀਦਾ। ਮਹਾਰਾਜ ਜੇ ਧਨ ਹੀ ਦੇਣਾ ਹੈ ਨਾ, ਉਹ ਧਨ ਦਿਓ ਮਹਾਰਾਜ ਜਿਹੜਾ ਦਰਗਾਹ ਤੱਕ ਨਾਲ ਜਾਵੇ, ਜਿਹਨੂੰ ਬਾਣੀ ਕਹਿੰਦੀ ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈਏ ਆਏ, ਸਫਲ ਤਿਨਾ ਕੇ ਕਾਮਾ। ਮਹਾਰਾਜ ਮੈਨੂੰ ਉਹ ਧਨ ਦੀ ਬਖਸ਼ਿਸ਼ ਕਰੋ ਤੇ ਮੈਨੂੰ ਆਹ ਮਹਾਰਾਜ ਖੇਸ ਨਹੀਂ ਚਾਹੀਦਾ, ਮਹਾਰਾਜ ਮੈਨੂੰ ਆਹ ਕੱਪੜਾ ਨਹੀਂ ਚਾਹੀਦਾ। ਜੇ ਮਹਾਰਾਜ ਮੈਨੂੰ ਕੱਪੜਾ ਹੀ ਦੇਣਾ ਹੈ ਨਾ, ਤੇ ਉਹ ਕੱਪੜੇ ਦੀ ਬਖਸ਼ਿਸ਼ ਕਰੋ ਜਿਹਨੂੰ ਬਾਣੀ ਕਹਿੰਦੀ ਆ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਢੱਕਣ ਕੂ ਪੱਤ ਮੇਰੀ, ਦਾਨਾ ਬੀਨਾ ਸਾਈਂ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ। ਮਹਾਰਾਜ ਜਿਹੜੇ ਕੱਪੜੇ ਦੇ ਨਾਲ ਮੇਰੇ ਪੈਰ ਦੇ ਗੂਠੇ ਤੋਂ ਲੈ ਕੇ ਸਿਰ ਤੱਕ ਕੀਤੇ ਹੋਏ ਗਨਾਹ ਢਕੇ ਜਾਣ, ਆਖੋ ਸਤਨਾਮ। ਮਹਾਰਾਜ ਮੇਰੀ ਪੱਤ ਢੱਕੀ ਜਾਵੇ, ਇਹੋ ਜਿਹਾ ਕੱਪੜਾ ਦਿਓ। ਕਦੇ ਆਪਾਂ ਵੀ ਮੰਗਿਆ ਕਰੀਏ ਮਹਾਰਾਜ ਦੇ ਚਰਨਾਂ 'ਚੋਂ, ਸੱਚੇ ਪਾਤਸ਼ਾਹ ਢੱਕਣ ਕੂ ਪੱਤ ਮੇਰੀ ਦੇ ਦੇ, ਪ੍ਰੇਮ ਦਾ ਪਟੋਲਾ। ਢੱਕਣ ਕੂ ਪੱਤ ਮੇਰੀ ਦੇ ਦੇ, ਪ੍ਰੇਮ ਦਾ ਪਟੋਲਾ। ਢੱਕਣ ਕੂ ਪੱਤ ਮੇਰੀ ਦੇ ਦੇ, ਪ੍ਰੇਮ ਦਾ ਪਟੋਲਾ। ਢੱਕਣ ਕੂ ਪੱਤ ਮੇਰੀ ਦੇ ਪ੍ਰੇਮ ਦਾ ਪਟੋਲਾ। ਢੱਕਣ ਕੂ ਪੱਤ ਮੇਰੀ ਦੇ ਦੇ, ਪ੍ਰੇਮ ਦਾ ਪਟੋਲਾ। ਢੱਕਣ ਕੂ ਪੱਤ ਮੇਰੀ ਦੇ ਦੇ, ਪ੍ਰੇਮ ਦਾ ਪਟੋਲਾ। ਢੱਕਣ ਕੂ ਪੱਤ ਮੇਰੀ ਦੇ ਦੇ, ਪ੍ਰੇਮ ਦਾ ਪਟੋਲਾ। ਢੱਕਣ ਕੂ ਪੱਤ ਮੇਰੀ ਦੇ ਦੇ, ਪ੍ਰੇਮ ਦਾ ਪਟੋਲਾ। ਪੱਤ ਮੇਰੀ ਦੇ ਦੇ, ਪ੍ਰੇਮ ਦਾ ਪਟੋਲਾ। ਢੱਕਣ ਕੂ ਪੱਤ ਮੇਰੀ ਦੇ ਦੇ, ਪ੍ਰੇਮ ਦਾ ਪਟੋਲਾ। ਢੱਕਣ ਕੂ ਪੱਤ ਮੇਰੀ ਦੇ ਦੇ, ਪ੍ਰੇਮ ਦਾ ਪਟੋਲਾ। ਢੱਕਣ ਕੂ ਪੱਤ ਮੇਰੀ ਦੇ ਦੇ, ਪ੍ਰੇਮ ਦਾ ਪਟੋਲਾ। ਪ੍ਰੇਮ ਦਾ ਪਟੋਲਾ ਦੇ ਦੇ, ਪ੍ਰੇਮ ਦਾ ਪਟੋਲਾ। ਪ੍ਰੇਮ ਦਾ ਪਟੋਲਾ ਦੇ ਦੇ, ਪ੍ਰੇਮ ਦਾ ਪਟੋਲਾ। ਪ੍ਰੇਮ ਦਾ ਪਟੋਲਾ, ਪ੍ਰੇਮ ਦਾ ਪਟੋਲਾ। ਪ੍ਰੇਮ ਦਾ ਪਟੋਲਾ ਦੇ ਦੇ, ਪ੍ਰੇਮ ਦਾ ਪਟੋਲਾ। ਪ੍ਰੇਮ ਦਾ ਪਟੋਲਾ, ਪ੍ਰੇਮ ਦਾ ਪਟੋਲਾ। ਪ੍ਰੇਮ ਦਾ ਪਟੋਲਾ ਦੇ ਦੇ, ਪ੍ਰੇਮ ਦਾ ਪਟੋਲਾ। ਪ੍ਰੇਮ ਦਾ ਪਟੋਲਾ ਦੇ ਦੇ, ਪ੍ਰੇਮ ਦਾ ਪਟੋਲਾ।
ਮੰਗਾ ਤੈਂ ਸਹਿ ਦਿੱਤਾ, ਢੱਕਣ ਕੂਪਤ ਮੇਰੀ ਦਾਨਾ ਬੀਨਾ ਸਾਈ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਗੁਰੂ ਅੰਗਦ ਦੇ ਮਹਾਰਾਜੀਆਂ ਦੇ ਚਰਨ ਪਕੜੇ ਹੋਏ ਨੇ, ਸੀਸ ਚਰਨਾਂ ਤੇ ਰੱਖਿਆ ਹੋਇਆ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ, ਅਮਰਦਾਸ ਜੀ ਤੁਸੀਂ ਮੇਰੇ ਕੁੜਮ ਹੋ, ਮੇਰੇ ਚਰਨਾਂ 'ਚ ਪਏ ਐਦਾਂ ਚੰਗੇ ਨਹੀਂ ਲੱਗਦੇ, ਐਦਾਂ ਝੁਕੇ ਹੋਏ ਚੰਗੇ ਨਹੀਂ ਲੱਗਦੇ। ਦੇਖਣ ਵਾਲੇ ਕੀ ਕਹਿਣਗੇ, ਆਪਣੀ ਕੁੜਮਾਚਾਰੀ ਆ। ਉੱਠ ਕੇ ਖੜੇ ਹੋ, ਚਰਨ ਨਹੀਂ ਛੱਡਦੇ। ਮਹਾਰਾਜ ਮੈਨੂੰ ਦੁਨੀਆ ਦੀ ਕੋਈ ਪਰਵਾਹ ਨਹੀਂ ਹੈ, ਬਸ ਮੈਨੂੰ ਆਪਣਾ ਬਣਾ ਲਓ, ਮੇਰੇ ਤੇ ਕਿਰਪਾ ਕਰੋ। ਰੰਗ ਹੱਸੈ ਰੰਗ ਰੋਵੈ, ਚੁੱਪ ਭੀ ਕਰ ਜਾਹੇ, ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾਹੀ। ਜਿਨ੍ਹਾਂ ਨੂੰ ਲਗਨ ਹੁੰਦੀ ਹੈ ਨਾ ਭਾਈ, ਉਹ ਦੁਨੀਆ ਦੀ ਪਰਵਾਹ ਨਹੀਂ ਕਰਦੇ ਵੀ ਦੁਨੀਆ ਮੈਨੂੰ ਵੇਖ ਕੇ ਕੀ ਕਹੇਗੀ, ਦੁਨੀਆ ਮੇਰੇ ਬਾਰੇ ਕੀ ਸੋਚੂਗੀ। ਅੱਜ ਕਈ ਵਾਰ ਆਪਾਂ ਇਸੇ ਗੱਲੋਂ ਫੇਲ ਹੋ ਜਾਂਦੇ ਆ ਵੀ ਜੇ ਅਸੀਂ ਗੁਰੂ ਘਰ ਜਾ ਕੇ ਸੇਵਾ ਕਰਨ ਲੱਗੇ ਨਾ ਤੇ ਵੇਖਣ ਵਾਲੇ ਪਤਾ ਨਹੀਂ ਕੀ ਸੋਚਣਗੇ। ਜੇ ਜੋੜੇ ਝਾੜਾਂਗੇ, ਜੋੜੇ ਝਾੜਦਿਆਂ ਨੂੰ ਕਿਸੇ ਨੇ ਵੇਖ ਲਿਆ ਤੇ ਵੇਖਣ ਵਾਲੇ ਪਤਾ ਨਹੀਂ ਕੀ ਕਹਿਣਗੇ। ਕੋਈ ਝੂਠੇ ਬਰਤਨ ਮਾਂਜਾਂਗੇ, ਝੂਠੇ ਬਰਤਨ ਮਾਂਜਦਿਆਂ ਨੂੰ ਕਿਸੇ ਆਂਢੀ ਗੁਆਂਢੀ ਨੇ, ਨਗਰ ਦੇ ਨੇ ਵੇਖ ਲਿਆ, ਵੇਖ ਕੇ ਪਤਾ ਨਹੀਂ ਕੀ ਸੋਚੂਗਾ ਵੀ ਇਹ ਪਤਾ ਨਹੀਂ ਕੀ ਭਾਲਦਾ, ਇਹ ਪਤਾ ਨਹੀਂ ਕਿਉਂ ਜੋੜੇ ਝਾੜਦਾ, ਕਿਉਂ ਬਰਤਨ ਮਾਂਜਦਾ। ਆਪਾਂ ਇਸੇ ਗੱਲੋਂ ਡਰਦੇ ਸੇਵਾ ਹੀ ਨਹੀਂ ਕਰਦੇ ਭਾਈ ਵੀ ਦੁਨੀਆ ਕੋਈ ਜਾ ਕੇ ਸਾਡਾ ਕੋਈ ਹੋਰ ਤਰ੍ਹਾਂ ਦਾ ਪ੍ਰਚਾਰ ਨਾ ਕਰੇ। ਫਲਾਨਾ ਤੇ ਉੱਤੇ ਜੋੜੇ ਝਾੜੀ ਜਾਂਦਾ ਸੀ, ਫਲਾਨਾ ਤੇ ਉੱਤੇ ਬਰਤਨ ਮਾਂਜੀ ਜਾਂਦਾ ਸੀ। ਪਰ ਜਿਨ੍ਹਾਂ ਨੂੰ ਲੱਗੀ ਹੁੰਦੀ ਆ ਲਗਨ, ਉਹ ਪਰਵਾਹ ਨਹੀਂ ਕਰਦੇ। ਮੈਂ ਜਾਣਿਓ ਪੜ੍ਹਵੋ ਭਲੋ ਪੜ੍ਹਵੇ ਸਿਉ ਭਲ ਜੋਗ, ਭਗਤ ਨਾ ਛਾਡੋ ਰਾਮ ਕੀ ਭਾਵੇਂ ਨਿੰਦੋ ਲੋ। ਦੁਨੀਆ ਜੋ ਮਰਜ਼ੀ ਕਹੀ ਜਾਵੇ, ਦੁਨੀਆ ਨਾਲ ਕੀ, ਅਸੀਂ ਤੇ ਗੁਰੂ ਸਾਹਿਬ ਜੀ ਦੀ ਖੁਸ਼ੀ ਲੈਣੀ ਹੈ, ਅਸੀਂ ਤੇ ਗੁਰੂ ਸਾਹਿਬ ਜੀ ਦੀ ਮਿਹਰ ਲੈਣੀ ਹੈ। ਬਾਬਾ ਅਮਰਦਾਸ ਜੀ ਮਹਾਰਾਜ ਕਹਿੰਦੇ, ਮਹਾਰਾਜ ਮੈਨੂੰ ਦੁਨੀਆ ਦੀ ਪਰਵਾਹ ਨਹੀਂ, ਦੁਨੀਆ ਮੇਰੇ ਬਾਰੇ ਜੋ ਮਰਜ਼ੀ ਕਹੀ ਜਾਏ, ਮੈਨੂੰ ਤੁਹਾਡੀ ਖੁਸ਼ੀ ਚਾਹੀਦੀ ਹੈ, ਮੈਨੂੰ ਆਪਣਾ ਬਣਾ ਲਓ। ਮਹਾਰਾਜ ਮੈਨੂੰ ਸੇਵਾ ਬਖਸ਼ੋ। ਬਾਬਾ ਅਮਰਦਾਸ ਮਹਾਰਾਜ ਜੀਆਂ ਨੂੰ ਸੇਵਾ ਬਖਸ਼ੀ। ਕਹਿੰਦੇ ਜਦੋਂ ਆਏ ਗੁਰੂ ਅੰਗਦ ਦੇ ਮਹਾਰਾਜੀਆਂ ਦੇ ਕੋਲ ਉਮਰ 60 ਸਾਲ ਦੀ ਸੀ, 60 ਸਾਲ ਦੀ ਉਮਰ, ਤੇ ਰੋਜ਼ ਬਿਆਸਾ ਦਰਿਆ ਤੇ ਜਾਂਦੇ ਨੇ। ਸਾਧ ਸੰਗਤ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਨੇ। ਪਹਿਲਾਂ ਜਾ ਕੇ ਆਪ ਇਸ਼ਨਾਨ ਕਰਦੇ ਆ, ਫਿਰ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਆ। ਉਸ ਪਾਣੀ ਦੇ ਨਾਲ ਗੁਰੂ ਅੰਗਦ ਦੇ ਮਹਾਰਾਜੀਆਂ ਦਾ ਇਸ਼ਨਾਨ ਕਰਾਉਂਦੇ ਆ। ਸੇਵਾ ਕਰਦਿਆਂ 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 1 ਸਾਲ ਬੀਤ ਗਿਆ। 1 ਸਾਲ ਬਾਅਦ ਜਾ ਕੇ ਇੱਕ ਸਿਰਪਾਉ ਦੀ ਬਖਸ਼ਿਸ਼ ਹੋਈ, ਇੱਕ ਸਿਰਪਾਉ ਦੀ ਬਖਸ਼ਿਸ਼। ਤੇ ਉਹ ਸਿਰਪਾਉ ਲੈ ਕੇ ਆਏ, ਸੀਸ ਤੇ ਮੜਾਸਾ ਮਾਰ ਲਿਆ ਉਹਦਾ, ਧੰਨ ਭਾਗ। ਇਹ ਸਿਰਪਾਉ ਜਿਹੜਾ ਮਿਲਦਾ ਨਾ ਗੁਰੂ ਨਾਨਕ ਦੇ ਘਰੋਂ, ਇਹ ਬੜੀ ਵੱਡੀ ਬਖਸ਼ਿਸ਼ ਹੈ ਭਾਈ। ਇਹਨੂੰ 2 ਮੀਟਰ ਦਾ ਕੱਪੜਾ ਨਾ ਜਾਣਿਆ ਕਰੋ, ਇਹ ਤੇ ਉਹ ਚਾਦਰ ਹੈ ਜੇ ਭਾਵਨਾ ਨਾਲ ਪ੍ਰਾਪਤ ਕਰ ਲਈਏ। ਗੁਰੂ ਨਾਨਕ ਸਾਹਿਬ ਦੀ ਹੋ ਜੇ ਮਿਹਰ, ਸਿਰ ਦੇ ਚੋਟੀ ਤੋਂ ਲੈ ਕੇ ਜਿਹੜੇ ਪੈਰ ਦੇ ਗੂਠੇ ਤੱਕ ਗੁਨਾਹ ਨਾ ਸਾਡੇ, ਉਹ ਸਾਰੇ ਢੱਕ ਲੈਂਦਾ ਹੈ। ਇਹਨੂੰ 2 ਮੀਟਰ ਦਾ ਕੱਪੜਾ ਨਾ ਜਾਣਿਆ, ਬੜੀ ਵੱਡੀ ਬਖਸ਼ਿਸ਼ ਹੈ। ਸਾਲ ਬਾਅਦ ਸਿਰਪਾਉ ਮਿਲਦਾ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਹੌਲੀ ਹੌਲੀ 2 ਸਾਲ ਬੀਤ ਗਏ, 3 ਬੀਤ ਗਏ, 4 ਬੀਤ ਗਏ, 5 ਬੀਤ ਗਏ, 10 ਸਾਲ ਬੀਤ ਗਏ, 11 ਸਾਲ ਬੀਤ ਗਏ। ਸਾਲ ਬਾਅਦ ਇੱਕ ਸਿਰਪਾਉ ਮਿਲਦਾ ਸੀ। ਤੇ ਕਿੱਡੀ ਤਪੱਸਿਆ ਭਾਈ, ਇਹ ਮਨ ਮਾਰੇ ਤੋਂ ਬਿਨਾਂ ਨਹੀਂ ਹੁੰਦੀ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ। ਕਿੰਨਾ ਮਨ ਮਾਰ ਕੇ ਤੁਰੇ ਇਸ ਰਸਤੇ ਤੇ,
ਸਾਲ ਬੀਤਦੇ ਜਾਂਦੇ ਆ, ਵਡੇਪਾ ਆਉਂਦਾ ਜਾਂਦਾ ਹੈ, ਉਮਰ ਬੀਤਦੀ ਜਾਂਦੀ ਹੈ, ਪਰ ਪਰਵਾਹ ਨਹੀਂ ਕਰਦੇ। ਆਪਾਂ ਸਾਧ ਸੰਗਤ 10 ਦਿਨ ਨਿਤਨੇਮ ਕਰਕੇ ਕਾਹਲੇ ਪੈ ਜਾਂਦੇ ਆ, ਸਾਡੀ ਤੇ ਜੀ ਸੁਣਦਾ ਨਹੀਂ ਰੱਬ। ਮਹੀਨਾ ਨਿਤਨੇਮ ਕਰਦੇ ਆ ਤੇ ਕਾਹਲੇ ਪੈ ਜਾਂਦੇ ਆ, ਸਾਡੀ ਤੇ ਜੀ ਭਾਵਨਾ ਪੂਰੀ ਨਹੀਂ ਹੁੰਦੀ। ਬੜੀ ਛੇਤੀ ਅੱਕ ਜਾਂਦੇ ਆ, ਬੜੀ ਛੇਤੀ ਥੱਕ ਜਾਂਦੇ ਆ। ਧੰਨ ਬਾਬਾ ਅਮਰਦਾਸ ਜੀ ਮਹਾਰਾਜ, 1 ਸਾਲ ਬੀਤ ਗਿਆ ਨਹੀਂ ਥੱਕੇ ਨਹੀਂ ਅੱਕੇ, 2 ਸਾਲ ਬੀਤ ਗਏ ਨਹੀਂ ਅੱਕੇ ਨਹੀਂ ਥੱਕੇ, 10 ਸਾਲ ਬੀਤ ਗਏ, 11 ਸਾਲ ਬੀਤ ਗਏ, 12 ਸਾਲ ਬੀਤ ਗਏ, ਨਹੀਂ ਅੱਕੇ ਨਹੀਂ ਥੱਕੇ, ਮਨ ਮਾਰ ਕੇ ਸੇਵਾ ਕਰੀ ਜਾਂਦੇ ਆ। ਤੇ ਸਾਧ ਸੰਗਤ ਜਿਹੜੇ ਮਨ ਮਾਰ ਕੇ ਇਸ ਤਰ੍ਹਾਂ ਸੇਵਾ ਕਰਦੇ ਆ ਨਾ, ਮਹਾਰਾਜ ਨੂੰ ਆਪਣਾ ਮਨ ਵੇਚ ਕੇ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੈ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਜਿਵੇਂ ਜਿਵੇਂ ਮਨ ਮਾਰ ਕੇ ਉਹ ਤੁਰੇ ਜਾਂਦੇ ਆ ਨਾ, ਅਰਦਾਸਾਂ ਬੇਨਤੀਆਂ ਕਰੀ ਜਾਂਦੇ ਆ, ਸੇਵਾ ਸਿਮਰਨ ਕਰੀ ਜਾਂਦੇ ਆ, ਉਵੇਂ ਉਵੇਂ ਮਾਲਕ ਦੇ ਨੇੜੇ ਹੋਈ ਜਾਂਦੇ ਆ। ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਸਾਰ, ਰਾਤ ਦਿਵਸ ਕੇ ਕੂਕ ਨੇ ਕਹੂੰ ਕੇ ਸੁਨੇ ਪੁਕਾਰ। ਤੁਰਿਆ ਰਹਿ ਤੂੰ ਭਾਈ, ਕਿਤੇ ਨਾ ਕਿਤੇ ਤੇ ਟਿਕਾਣਾ ਆਊਗਾ। ਕਰਦਾ ਰਹਿ ਜੋਦੜੀਆਂ, ਕਰਦਾ ਰਹਿ ਬੇਨਤੀਆਂ, ਕਿਤੇ ਨਾ ਕਿਤੇ ਤੇ ਸਮਾਂ ਆਊਗਾ, ਵਾਰੀ ਤੇਰੀ ਵੀ ਆਊਗੀ। ਸਾਧ ਸੰਗਤ ਬਾਬਾ ਅਮਰਦਾਸ ਜੀ ਮਹਾਰਾਜ ਅਣਥੱਕ ਸੇਵਾ ਵੀ ਕਰੀ ਜਾਂਦੇ ਆ, ਨੀਂਦਰੇ ਦੀ ਪਰਵਾਹ ਨਹੀਂ ਕਰਦੇ, ਸਰੀਰ ਦੀ ਪਰਵਾਹ ਨਹੀਂ ਕਰਦੇ, ਉਮਰਾਂ ਦੀ ਪਰਵਾਹ ਨਹੀਂ ਕਰਦੇ, ਲੋਕ ਲਾਜ ਦੀ ਪਰਵਾਹ ਨਹੀਂ ਕਰਦੇ। ਲੋਕੀ ਮੈਨੂੰ ਕੀ ਕਹਿਣਗੇ, ਕੁੜਮਾਂ ਦੇ ਘਰੇ ਪਾਣੀ ਢੋਈ ਜਾਂਦਾ ਹੈ। ਕਿੱਡੀ ਤਕੜੀ ਕਮਾਈ ਹੈ ਭਾਈ, ਕਿੱਡੀ ਤਕੜੀ ਕਮਾਈ ਹੈ। ਕਰੀ ਜਾਂਦੇ ਆ ਕਮਾਈ ਤੇ ਨਾਲ ਨਾਲ ਆਪਣੇ ਮਨ ਨੂੰ ਹਲੂਣਾ ਵੀ ਦੇਈ ਜਾਂਦੇ ਆ। ਮਨਾ ਮੇਰਿਆ ਵੇਖੀ ਕਿਤੇ ਦੁਨੀਆ ਦੀ ਪਰਵਾਹ ਕਰਕੇ, ਕਿਤੇ ਸਰੀਰ ਦੀ ਪਰਵਾਹ ਕਰਕੇ, ਕਿਤੇ ਨੀਂਦਰੇ ਦੀ ਪਰਵਾਹ ਕਰਕੇ ਥੱਕ ਨਾ ਜਾਈ, ਕਿਤੇ ਅੱਕ ਨਾ ਜਾਈ। ਮੁਖ ਮੋੜ ਨਾ ਲਈ, 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 ਮੁਖ ਮੋੜ ਨਾ ਲਈ। ਨੇੜੇ ਮੰਜ਼ਲਾਂ ਦੇ ਆ ਕੇ, 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 ਨੇੜੇ ਮੰਜ਼ਲਾਂ ਦੇ ਆ ਕੇ। ਰਸਤਾ ਛੋੜਨਾ ਨਹੀਂ, 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 ਰਸਤਾ ਛੋੜਨਾ ਨਹੀਂ। ਉਹ ਨੇੜੇ ਮੰਜ਼ਲਾਂ ਦੇ ਆ ਕੇ, ਰਸਤਾ ਛੋੜਨਾ ਨਹੀਂ, 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 ਨੇੜੇ ਮੰਜ਼ਲਾਂ ਦੇ ਆ ਕੇ, ਰਸਤਾ ਛੋੜਨਾ ਨਹੀਂ। ਉਹ ਮੁਖ ਮੋੜ ਨਾ ਲਈ, ਮੁਖ ਮੋੜ ਨਾ ਲਈ, ਮੁਖ ਮੋੜ ਨਾ ਲਈ, ਮੁਖ ਮੋੜ ਨਾ ਲਈ, ਮੁਖ ਮੋੜ
केसो केसो कूकीए, ना सोईए असार। रात दिवस के कूकने, कब हूं के सुने पुकार। पुकार। 12 ਸਾਲ ਬੀਤ ਕੇ ਸੇਵਾ ਕਰਦਿਆਂ ਨੂੰ 60 ਸਾਲ ਦੀ ਉਮਰ ਵਿੱਚ ਆਏ ਸੀ ਤੇ 72 ਸਾਲ ਦੀ ਉਮਰ ਹੋ ਗਈ। ਆਖੋ ਸਤਨਾਮ। ਸ੍ਰੀ ਵਾਹਿਗੁਰੂ। 72 ਸਾਲ ਦੀ ਉਮਰ ਹੋ ਗਈ। ਇੱਕ ਦਿਨ ਸਾਧ ਸੰਗਤ ਰਾਤ ਨੂੰ ਅੰਮ੍ਰਿਤ ਵੇਲਾ ਬਿਆਸ ਦਰਿਆ ਤੋਂ ਪਾਣੀ ਲੈਣ ਵਾਸਤੇ ਗਏ। ਗਾਗਰ ਭਰੀ ਸਿਰ ਤੇ ਚੁੱਕੀ ਵਾਪਸ ਆ ਰਹੇ ਨੇ। ਰਸਤੇ ਦੇ ਵਿੱਚ ਇੱਕ ਜੁਲਾਹੇ ਸਿੱਖ ਦਾ ਘਰ ਸੀ, ਉਹਨੇ ਖੱਡੀ ਲਾਈ ਹੋਈ ਸੀ, ਖੱਡੀ ਬੁਣਦਾ ਸੀ। ਉਧਰੋਂ ਮੀਂਹ ਹਨੇਰੀ ਪੈ ਕੇ ਹਟਿਆ ਸੀ, ਪਾਣੀ ਖਲੋਤਾ ਸੀ। ਕਿੱਲੇ ਦੇ ਨਾਲ ਪੈਰ ਅੜਕ ਗਿਆ, ਠੇਡਾ ਵੱਜਿਆ ਤੇ ਹੇਠਾਂ ਡਿੱਗ ਪਏ। ਖੜਾਕ ਹੋਇਆ। ਜਦੋਂ ਖੜਾਕ ਹੋਇਆ, ਅੰਦਰ ਪਿਆ ਜੁਲਾਹਾ ਆਪਣੇ ਘਰ ਵਾਲੀ ਨੂੰ ਕਹਿੰਦਾ ਹੈ, ਲੱਗਦਾ ਕੋਈ ਬਾਹਰ ਖੱਡੀ ਦੇ ਨਾਲ, ਕਿੱਲੇ ਦੇ ਨਾਲ ਅੜਕ ਕੇ ਡਿੱਗ ਪਿਆ। ਲੱਗਦਾ ਕੋਈ ਅੜਕ ਕੇ ਡਿੱਗ ਪਿਆ। ਜੁਲਾਹੇ ਸਿੱਖ ਦੇ ਘਰ ਵਾਲੀ ਕਹਿਣ ਲੱਗੀ, ਕੋਈ ਨਾ ਪੈ ਜਾਓ ਆਰਾਮ ਨਾਲ, ਡਿੱਗਣਾ ਕਿਹਨੇ ਆ? ਅਮਰੂ ਨਥਾਵਾ ਹੋਣਾ। ਐਵੇਂ ਕੁਰਮਾਂ ਦੇ ਘਰੇ ਟੁੱਕ ਪਿੱਛੇ ਪਾਣੀ ਢੋਂਦਾ ਫਿਰਦਾ, ਇਹਨੂੰ ਘਰ ਕੋਈ ਪੁੱਛਦਾ ਨਹੀਂ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਅਮਰੂ ਨਥਾਵਾ ਹੋਣਾ, ਜਿਹੜਾ ਟੁੱਕ ਪਿੱਛੇ ਕੁੜਮਾਂ ਦੇ ਘਰੇ ਪਾਣੀ ਢੋਂਦਾ ਫਿਰਦਾ। ਜਦੋਂ ਇਹ ਬੋਲ ਬਾਬੇ ਅਮਰਦਾਸ ਜੀਆਂ ਦੇ ਕੰਨਾਂ ਵਿੱਚ ਪਏ ਤੇ ਕਹਿਣ ਲੱਗੇ, ਕਮਲੀਏ ਨਥਾਵਾਂ ਤੇ ਮੈਂ ਉਦੋਂ ਸੀ ਜਦੋਂ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਨਹੀਂ ਸੀ ਆਇਆ। ਹੁਣ ਤੇ 12 ਸਾਲ ਹੋ ਗਏ ਮੈਨੂੰ ਗੁਰੂ ਸਾਹਿਬ ਜੀ ਨੇ ਆਪਣੇ ਚਰਨਾਂ 'ਚ ਥਾਂ ਦਿੱਤੀ ਹੋਈ ਹੈ। ਨਥਾਵਾਂ ਤੇ ਉਦੋਂ ਸੀ ਜਦੋਂ ਨਹੀਂ ਸੀ ਆਇਆ। ਹੁਣ ਤੇ 12 ਸਾਲ ਹੋ ਗਏ ਥਾਂ ਦਿੱਤੀ ਹੋਈ ਹੈ ਮਹਾਰਾਜ ਨੇ ਮੈਨੂੰ ਆਪਣੇ ਚਰਨਾਂ 'ਚ। ਨਾਲੇ ਤੇ ਉਹ ਗਾਗਰ ਨੂੰ ਸੰਭਾਲਿਆ, ਤੁਰ ਪਏ ਮਹਾਰਾਜ ਦੇ ਵੱਲੀ ਨੂੰ, ਤੇ ਨਾਲੇ ਮਾਨੀ ਮਨ ਅਰਦਾਸ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਹੁਣ ਆਪਣੇ ਚਰਨਾਂ 'ਚ ਥਾਂ ਬਖਸ਼ ਦਿਓ। ਹੁਣ ਮੈਨੂੰ ਦੁਨੀਆ ਵਾਲੇ ਨਥਾਵਾਂ ਕਹਿਣ ਲੱਗ ਗਏ। ਮਹਾਰਾਜ ਮੈਨੂੰ ਅਜੇ ਵੀ ਨਥਾਵਾਂ ਦੱਸਦੇ ਆ। ਮਹਾਰਾਜ ਮੈਨੂੰ ਥਾਂ ਬਖਸ਼ ਦਿਓ ਆਪਣੇ ਚਰਨਾਂ 'ਚ। ਜਦੋਂ ਬਾਬਾ ਅਮਰਦਾਸ ਜੀ ਮਹਾਰਾਜ ਪਹੁੰਚੇ, ਬਾਬਾ ਬੁੱਢਾ ਸਾਹਿਬ ਜੀਆਂ ਨੂੰ ਬੁਲਾਇਆ, ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ। ਕਹਿਣ ਲੱਗੇ, ਇਦਾਂ ਕਰੋ, ਬਾਬਾ ਅਮਰਦਾਸ ਜੀਆਂ ਦਾ ਇਸ਼ਨਾਨ ਕਰਾ ਕੇ ਨਵੇਂ ਕੱਪੜੇ ਪਾ ਕੇ ਇੱਥੇ ਦਰਬਾਰ ਵਿੱਚ ਲੈ ਕੇ ਆਓ। ਗੁਰੂ ਅੰਗਦ ਦੇਵ ਮਹਾਰਾਜ ਤਖਤਾਂ ਤੇ ਬੈਠੇ, ਬਾਬਾ ਬੁੱਢਾ ਸਾਹਿਬ ਜੀ ਹੋਰ ਸੇਵਾਦਾਰ ਬਾਬਾ ਅਮਰਦਾਸ ਮਹਾਰਾਜ ਜੀਆਂ ਦਾ ਇਸ਼ਨਾਨ ਕਰਾਇਆ, ਨਵੇਂ ਵਸਤਰ ਪਾਏ। ਦਰਬਾਰ ਵਿੱਚ ਜਦੋਂ ਲੈ ਕੇ ਆਏ ਨਾ, ਦਰਬਾਰ ਵਿੱਚ, ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਤਖਤਾਂ ਤੋਂ ਉੱਠ ਕੇ ਹੇਠਾਂ ਆ ਗਏ। ਬਾਬਾ ਅਮਰਦਾਸ ਮਹਾਰਾਜ ਜੀਆਂ ਨੂੰ ਹੱਥ ਜੋੜ ਨਮਸਕਾਰ ਕਰਦੇ ਆ। ਤੇ ਬਾਬਾ ਅਮਰਦਾਸ ਜੀ ਮਹਾਰਾਜ ਕਹਿੰਦੇ, ਸਤਿਗੁਰੂ ਤੁਸੀਂ ਸੋਹਣੇ ਆਸਣਾਂ ਤੋਂ ਹੇਠਾਂ ਕਿਉਂ ਆ ਗਏ? ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ, ਬਾਬਾ ਅਮਰਦਾਸ ਜੀ ਅੱਜ ਤੋਂ ਇਹਨਾਂ ਆਸਣਾਂ ਤੇ ਮੈਂ ਨਹੀਂ, ਇਹਨਾਂ ਆਸਣਾਂ ਤੇ ਅੱਜ ਤੋਂ ਤੁਸੀਂ ਬੈਠੋਗੇ, ਮੈਂ ਨਹੀਂ। ਇਹਨਾਂ ਆਸਣਾਂ ਤੇ ਅੱਜ ਤੋਂ ਤੁਸੀਂ ਬੈਠੋਗੇ। ਬਾਬਾ ਅਮਰਦਾਸ ਮਹਾਰਾਜ ਜੀਆਂ ਨੂੰ ਫੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਤਖਤ ਤੇ ਬਿਠਾ ਦਿੱਤਾ। ਪਰਕਰਮਾਂ ਕੀਤੀਆਂ, ਮੱਥਾ ਟੇਕਿਆ, ਬਾਬਾ ਬੁੱਢਾ ਸਾਹਿਬ ਜੀਆਂ ਤੋਂ ਗੁਰਿਆਈ ਦਾ ਤਿਲਕ ਲਵਾ ਦਿੱਤਾ। ਬਾਬਾ ਅਮਰਦਾਸ ਮਹਾਰਾਜ ਜੀਆਂ ਤੋਂ ਤੀਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਬਣਾ ਦਿੱਤਾ। ਗੁਰੂ ਅੰਗਦ ਦੇਵ ਜੀ ਮਹਾਰਾਜ ਬਣਾ ਦਿੱਤਾ। ਤੇ ਨਾਲੇ ਬਖਸ਼ਿਸ਼ਾਂ ਦਿੰਦੇ ਨੇ, ਵਰ ਦਿੰਦੇ ਨੇ। ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਗਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ ਗੁਰੂ ਅਮਰਦਾਸ ਮਹਾਰਾਜ। ਏਦਾਂ ਬਖਸ਼ਿਸ਼ਾਂ ਦਿੱਤੀਆਂ।
ਇੰਨੇ ਚਿਰ ਨੂੰ ਫਿਰ ਉਹ ਜਲਾਹਾ ਭਾਈ ਆਪਣੇ ਘਰ ਵਾਲੀ ਨੂੰ ਲੈ ਕੇ ਆ ਗਿਆ। ਜਦੋਂ ਮਹਾਰਾਜ ਨੇ ਕਿਹਾ ਨਾ ਕਮਲੀਏ, ਨਥਾਵਾਂ ਤੇ ਉਦੋਂ ਸੀ ਜਦੋਂ ਨਹੀਂ ਸੀ ਆਇਆ, ਹੁਣ ਤੇ 12 ਸਾਲ ਹੋ ਗਏ ਥਾਂ ਦਿੱਤੀ ਹੈ ਮਹਾਰਾਜ ਨੇ ਚਰਨਾਂ 'ਚ। ਕਹਿੰਦੇ ਹੁਣ ਸਾਧੂ ਬੋਲੇ ਸਹਿਸ ਭਾਏ, ਸਾਧੂ ਦਾ ਬੋਲਿਆ ਬਿਰਥਾ ਨਾ ਜਾਏ। ਜਦੋਂ ਕਿਹਾ ਨਾ ਕਮਲੀਏ, ਤੇ ਜਲਾਹੇ ਸਿੱਖ ਦੇ ਘਰ ਵਾਲੀ ਕਮਲੀ ਹੋ ਗਈ, ਆਪਣੇ ਵਾਲ ਪੁੱਟਣੇ ਸ਼ੁਰੂ ਕਰ ਦਿੱਤੇ। ਆ ਕੇ ਮਹਾਰਾਜ ਦੇ ਚਰਨਾਂ 'ਚ ਢਹਿ ਪਿਆ। ਫਿਰ ਮਹਾਰਾਜ ਨੇ ਕਿਰਪਾ ਕੀਤੀ, ਉਹਨੂੰ ਵੀ ਬਖਸ਼ਿਆ। ਸਾਧ ਸੰਗਤ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਇੰਨੇ ਸਤਿਗੁਰੂ ਮਹਾਨ, ਉਹਦੇ ਗੁਣਾਂ ਨੂੰ ਉਹ ਆਪ ਹੀ ਜਾਣਦੇ ਆ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੁਆ ਨਾ ਕੋ ਹੋਏ। ਅੱਜ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਗੁਰਿਆਈ ਦਿਵਸ ਹੈ। ਅੱਜ ਦੇ ਦਿਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਸੀ। ਬੜਾ ਭਾਗਾਂ ਵਾਲਾ ਦਿਨ ਹੈ ਭਾਈ, ਤੇ ਆਪਾਂ ਕਰਮਾਂ ਵਾਲੇ ਆ, ਭਾਗਾਂ ਵਾਲੇ ਆ। ਅੱਜ ਦੇ ਸ਼ੁਭ ਦਿਹਾੜੇ ਤੇ, ਅੱਜ ਦੇ ਭਾਗਾਂ ਭਰੇ ਦਿਹਾੜੇ ਤੇ ਆਹ ਸੁਲੱਖਣੀਆਂ ਘੜੀਆਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀਆਂ ਸਤ ਸੰਗ ਦੀਆਂ। ਗੁਰੂ ਸਾਹਿਬ ਜੀ ਦੀ ਗੋਦ ਵਿੱਚ ਆਪਾਂ ਸਾਰੇ ਜੁੜ ਬੈਠੇ ਆ, ਮਾਲਕ ਦੇ ਗੁਣ ਗਾ ਰਹੇ ਆ। ਇਹ ਸਭ ਤੋਂ ਵੱਡਾ ਪੁੰਨ ਹੈ ਭਾਈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸੈ ਨੌ ਕਿਰਪਾਲ ਸਮਾਲੇ ਸਾਹੇ ਸਾਹੇ। ਬਿਰਥਾ ਕੋਏ ਨਾ ਜਾਏ, ਜੇ ਆਵੇ ਤੁਧ ਆਏ। ਕੋਈ ਸਾਹ ਬਿਰਥਾ ਨਹੀਂ ਜਾਣਾ ਚਾਹੀਦਾ। ਜਿਹੜਾ ਮਾਲਕ ਦੀ ਯਾਦ ਤੋਂ ਬਿਨਾਂ ਬੀਤੇ, ਸ਼ੁਕਰਾਨੇ ਤੋਂ ਬਿਨਾਂ ਬੀਤੇ। ਜੇ ਆਪਾਂ ਭਾਈ ਮਾਲਕ ਦੇ ਨੇੜੇ ਹੋਵਾਂਗੇ ਨਾ, ਤੇ ਸਤਿਗੁਰੂ ਉਨੇ ਹੀ ਸਾਡੇ ਨੇੜੇ ਨੇ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ। ਜਾਨੀੜਾ ਹਰ ਜਾਨੀੜਾ, ਨੈਣ ਅਲੋਇੜਾ ਹਰ ਜਾਨੀੜਾ। ਆ ਅੱਖਾਂ ਤੋਂ ਹੀ ਓਲੇ ਆ, ਹੈ ਸਾਡੇ ਨਾਲ ਹੀ ਭਾਈ। ਬਸ ਆਪਾਂ ਭਾਵਨਾ ਦੀਆਂ ਅੱਖਾਂ ਤੋਂ ਬਿਨਾਂ ਉਹਨੂੰ ਵੇਖ ਨਹੀਂ ਸਕਦੇ। ਜੇ ਭਾਵਨਾ ਹੋਏਗੀ, ਸ਼ਰਧਾ ਹੋਏਗੀ, ਤੇ ਜ਼ਰੂਰ ਇੱਕ ਦਿਨ ਉਹ ਸਮਾਂ ਆ ਜਾਏਗਾ ਜਦੋਂ ਮਹਿਸੂਸ ਕਰਨ ਲੱਗ ਜਾਵਾਂਗੇ ਵੀ ਸਾਡੇ ਨਾਲ ਹੀ ਹੈ। ਨਾਲ ਹੀ ਖੜਾ ਦੁਕਾਲੰਗ ਪ੍ਰਣਾਸੀ, ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਭੰਗਮ ਭੂਤੇ। ਮਾਤਾ ਕੁਲਵਿੰਦਰ ਕੌਰ ਜੀ, ਜਿਨ੍ਹਾਂ ਦਾ ਸਾਰਾ ਹੀ ਪਰਿਵਾਰ, ਬੱਚੇ ਬੱਚੀਆਂ ਨੇ ਰਲ ਮਿਲ ਕੇ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਇਹ ਉਦਮ ਉਪਰਾਲਾ ਕੀਤਾ। ਗੁਰੂ ਸਾਹਿਬ ਜੀ ਦੇ ਚਰਨ ਪਰਸੇ, ਸੰਗਤਾਂ ਦੇ ਚਰਨ ਪਰਸੇ। ਮਹਾਂਪੁਰਖ ਬਾਬਾ ਪ੍ਰਤਾਪ ਸਿੰਘ ਜੀਆਂ ਦੀ ਪ੍ਰੇਰਨਾ ਨਾਲ ਇਹ ਸਾਰਾ ਸਮਾਗਮ ਉਲੀਕਿਆ, ਜਿੱਥੇ ਜਥੇ ਨੇ ਹਾਜ਼ਰੀ ਭਰੀ ਹੈ। ਪਰਿਵਾਰ ਦੇ ਪਿਆਰ ਸਦਕਾ ਮਹਾਂਪੁਰਖ ਬਾਬਾ ਪ੍ਰਤਾਪ ਸਿੰਘ ਜੀ ਉਹ ਵੀ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਜਥੇ ਸਮੇਤ ਪਹੁੰਚੇ ਨੇ, ਸੰਗਤਾਂ ਵਿੱਚ ਬੈਠ ਕੇ ਹਾਜ਼ਰੀ ਭਰ ਰਹੇ ਨੇ। ਬਾਬਾ ਜੀਆਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਸਾਹਿਬ ਕਿਰਪਾ ਕਰਨ। ਇਸੇ ਤਰ੍ਹਾਂ ਹੀ ਸੰਗਤਾਂ ਨੂੰ ਸੇਵਾ ਸਿਮਰਨ ਦੇ ਨਾਲ, ਸਤਸੰਗ ਦੇ ਨਾਲ ਜੋੜਨ ਦਾ ਬਲ ਬਖਸ਼ਿਸ਼ ਕਰਨ। ਧੰਨਵਾਦ ਹੈ ਪਰਿਵਾਰ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ। ਗੁਰੂ ਸਾਹਿਬ ਪਰਿਵਾਰ ਦੀ ਸੇਵਾ ਥਾਂ ਪਾਉਣ, ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਔਰ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸਾਡੀ ਸਾਰਿਆਂ ਦੀ ਹਾਜ਼ਰੀ ਸਤਿਗੁਰੂ ਜੀ ਪ੍ਰਵਾਨ ਕਰਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਕੋਟਾਨ ਕੋਟ ਸ਼ੁਕਰਾਨਾ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ। ਆਓ ਜਿਸ ਸ਼ਬਦ ਤੋਂ ਆਪਾਂ ਕੀਰਤਨ ਦੀ ਆਰੰਭਤਾ ਕੀਤੀ ਸੀ, ਭਗਤਾਂ ਕੀ ਟੇਕ ਤੋਂ, ਸੰਤਾਂ ਕੀ ਓਟ ਤੋਂ, ਸੱਚਾ ਸਿਰਜਣਹਾਰ। ਆਓ ਉਸੇ ਧਾਰਨਾ ਦੇ ਨਾਲ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਓਟ ਮੰਗੀਏ, ਆਸਰਾ ਮੰਗੀਏ, ਨਾਮ ਮੰਗੀਏ। ਫਿਰ ਦਾਸ ਕੀਰਤਨ ਦੀ ਸਮਾਪਤੀ ਕਰਦਾ। ਬੋਲਦਿਆਂ ਕੋਲੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ। ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ। ਆਓ ਸਾਰੇ ਪਿਆਰ ਨਾਲ ਪੜ੍ਹੀਏ। ਸੋ ਆਓ ਸਤਿਕਾਰਯੋਗ ਬਾਪੂ ਬਲਵਿੰਦਰ ਸਿੰਘ ਜੀ, ਜਿਨ੍ਹਾਂ ਦਾ ਇਸ ਘਰ ਦੇ ਨਾਲ ਗੂੜਾ ਨਾਤਾ ਹੈ, ਗੂੜੀ ਰਿਸ਼ਤੇਦਾਰੀ ਹੈ। ਇਹਨਾਂ ਦੀ ਬੱਚੀ ਇਸ ਘਰ ਦੀ ਨੂੰਹ ਹੈ। ਤੋ ਉਹਨਾਂ ਨੇ ਸਮਾਂ ਵੀ ਲਾਇਆ ਪਹਿਲਾਂ। ਬਾਬਾ ਪ੍ਰਤਾਪ ਸਿੰਘ ਜੀ ਨਾਲ ਵੀ ਉਹਨਾਂ ਦਾ ਬੜਾ ਪਿਆਰ ਹੈ। ਥਾਂ ਪਰ ਥਾਂ ਸੰਗਤਾਂ ਦੇ ਵਿੱਚ ਵਿਚਰਦੇ ਨੇ। ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਪ੍ਰਚਾਰ ਦੀ ਸੇਵਾ ਵੀ ਕਰਦੇ ਨੇ। ਆਓ ਹੁਕਮ ਹੋਇਆ ਉਹਨਾਂ ਦਾ, ਉਹੀ ਧਾਰਨਾ ਪੜ੍ਹਦੇ ਹਾਂ ਫਿਰ ਸਮੇਂ ਦੀ ਸਮਾਪਤੀ।